ਸਵਾਗਤ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਸ਼ੁਕਰਗੁਜ਼ਾਰ ਸਿੰਘ। ਦੋਸਤੋ, ਅਸੀਂ ਜ਼ਿੰਦਗੀ ਜੀਣ ਦੇ ਲਈ ਕਈ ਰਿਸ਼ਤਿਆਂ ਦੇ ਵਿੱਚ ਬੱਝੇ ਹੋਏ ਹਾਂ। ਇਹ ਰਿਸ਼ਤੇ ਸਾਡੇ ਪਰਿਵਾਰਕ ਰਿਸ਼ਤੇ ਵੀ ਹੋ ਸਕਦੇ ਨੇ, ਇਹ ਰਿਸ਼ਤੇ ਇਨਸਾਨੀਅਤ ਦੇ ਰਿਸ਼ਤੇ ਵੀ ਹੋ ਸਕਦੇ ਨੇ, ਤੇ ਕੁਝ ਰਿਸ਼ਤੇ ਸੰਵਿਧਾਨਕ ਰਿਸ਼ਤੇ ਵੀ ਹੁੰਦੇ ਨੇ। ਸੰਵਿਧਾਨਕ ਰਿਸ਼ਤੇ ਮੇਰੇ ਕਹਿਣ ਤੋਂ ਮਤਲਬ ਕਿ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਮਹਿਕਮੇ ਕੰਮ ਕਰ ਰਹੇ ਨੇ, ਤੇ ਉਹਨਾਂ ਮਹਿਕਮਿਆਂ ਦੇ ਵਿੱਚ ਕਈ ਅਧਿਕਾਰੀ ਕੰਮ ਕਰ ਰਹੇ ਨੇ। ਉਹਨਾਂ ਅਧਿਕਾਰੀਆਂ ਦੇ ਨਾਲ, ਉਹਨਾਂ ਅਫਸਰਾਂ ਦੇ ਨਾਲ ਸਾਡੇ ਕੁਝ ਰਿਸ਼ਤੇ ਹੁੰਦੇ ਨੇ, ਉਹਨਾਂ ਨੂੰ ਅਸੀਂ ਸੰਵਿਧਾਨਕ ਰਿਸ਼ਤੇ ਕਹਿ ਸਕਦੇ ਹਾਂ। ਉਹਨਾਂ ਰਿਸ਼ਤਿਆਂ ਦੇ ਵਿੱਚ ਕੁਝ ਫਰਜ਼ ਵੀ ਹੁੰਦੇ ਨੇ, ਕੁਝ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ, ਤੇ ਕੁਝ ਅਧਿਕਾਰ ਵੀ ਹੁੰਦੇ ਨੇ। ਤੇ ਅੱਜ 7 ਸਤੰਬਰ ਨੂੰ ਅਸੀਂ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਮਨਾ ਰਹੇ ਹਾਂ। ਤੇ ਪੁਲਿਸ ਮਹਿਕਮਾ ਸਾਡੇ ਸਮਾਜ ਦਾ ਬਹੁਤ ਹੀ ਅਨਿੱਖੜਵਾਂ ਅੰਗ ਹੈ। ਲਗਾਤਾਰ ਸਾਡੀ ਜਨਤਾ ਦੀ ਸੇਵਾ ਵਿੱਚ ਲੱਗਿਆ ਹੋਇਆ ਇਹ ਮਹਿਕਮਾ ਬਹੁਤ ਸਾਰੀਆਂ ਲਿਮਿਟੇਸ਼ਨ ਦੇ ਵਿੱਚ ਬੱਝਿਆ ਹੋਇਆ ਹੈ, ਬਹੁਤ ਸਾਰੇ ਕਰਤੱਵ ਕਰ ਰਿਹਾ ਹੈ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ। ਤੇ ਇਸ ਰਿਸ਼ਤੇ ਦੇ ਵਿੱਚ ਕੀ ਜ਼ਿੰਮੇਵਾਰੀਆਂ ਨੇ, ਕੀ ਕਰਤੱਵ ਨੇ, ਕੀ ਰਿਸ਼ਤਾ ਕਿਸ ਪ੍ਰਭਾਵ ਦੇ ਵਿੱਚ ਰਹਿੰਦਾ ਹੈ, ਇਸ ਉੱਤੇ ਅਸੀਂ ਜਾਣਕਾਰੀ ਹਾਸਲ ਕਰਾਂਗੇ ਅਤੇ ਨਾਲ ਦੇ ਨਾਲ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਦੇ ਉੱਤੇ ਗੱਲਬਾਤ ਕਰਾਂਗੇ। ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੇਰੇ ਨਾਲ ਸਟੂਡੀਓ ਵਿੱਚ ਅੱਜ ਮੌਜੂਦ ਨੇ ਸਰਦਾਰ ਹਰਿੰਦਰਪਾਲ ਸਿੰਘ ਗਿੱਲ ਜੀ, ਜੋ ਕਿ ਡਿਪਟੀ ਸੁਪਰਡੈਂਟ ਆਫ ਪੁਲਿਸ ਨੇ ਤਰਨਤਾਰਨ। ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਸਰ, ਤੁਹਾਡਾ ਥੈਂਕ ਯੂ ਜੀ। ਅੱਜ ਸਰ, ਅੱਜ ਦਾ ਸਾਡਾ ਵਿਸ਼ਾ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ, ਤੇ ਅਸੀਂ ਤੁਹਾਡੇ ਕੋਲੋਂ ਬਤੌਰ ਤੁਸੀਂ DSP ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਪੰਜਾਬ ਪੁਲਿਸ ਵਿੱਚ, ਤੇ ਇਸ ਦਿਨ ਬਾਰੇ, ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਬਾਰੇ ਸਭ ਤੋਂ ਪਹਿਲਾਂ ਸਾਨੂੰ ਸੰਖੇਪ ਰੂਪ ਵਿੱਚ ਜਾਣਕਾਰੀ ਦਿਓ। ਉਸ ਤੋਂ ਬਾਅਦ ਅਸੀਂ ਪੁਲਿਸ ਤੇ ਪਬਲਿਕ ਦੇ ਆਪਸੀ ਰਿਸ਼ਤੇ ਦੀ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਬੀਇੰਗ ਇੱਕ ਪੁਲਿਸ ਅਫਸਰ, ਅੱਜ ਤੁਸੀਂ ਮੈਨੂੰ ਸਟੂਡੀਓ 'ਚ ਬੁਲਾਇਆ, ਤੇ ਮੈਂ ਅੰਤਰਰਾਸ਼ਟਰੀ ਜਿਹੜਾ ਕੋਆਪਰੇਸ਼ਨ ਦਿਵਸ ਹੈ ਆਪਣੇ ਵੱਲੋਂ, ਮਾਨਯੋਗ DGP ਸਾਹਿਬ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਇੰਟਰਨੈਸ਼ਨਲ ਸਹਿਯੋਗ ਤੋਂ ਜਿਹੜਾ ਸਹਿਯੋਗ ਵਰਡ ਹੈ, ਉਸ ਤੋਂ ਭਲੀ ਭਾਂਤ ਆਪਾਂ ਸਪਸ਼ਟ ਹੈ ਕਿ ਇਸ ਦਾ ਮਤਲਬ ਇਹ ਹੁੰਦਾ ਕਿ ਇੱਕ ਦੂਜੇ ਨਾਲ ਆਪਾਂ ਸਹਾਇਤਾ ਕਰਨੀ, ਇੱਕ ਦੂਜੇ ਨਾਲ ਮਿਲਣਾ ਗਿਲਣਾ। ਇਹ ਇਸ ਤਰ੍ਹਾਂ ਹੀ ਹੋ ਸਕਦਾ ਹੈ ਜਿੰਨਾ ਚਿਰ ਸਾਰੀਆਂ ਪੁਲਿਸ ਏਜੰਸੀਜ਼ ਜਿੰਨੀਆਂ ਹੈ ਉਹ ਇਕਮੁੱਠ ਹੋ ਕੇ ਕੰਮ ਕਰਨ, ਜਿਹਦੇ ਨਾਲ ਸਾਡਾ ਸਮਾਜ ਤੇ ਅਸੀਂ ਉਸ ਹੱਲ ਦਾ ਮੁਸ਼ਕਲ ਕਰ ਸਕੀਏ ਜਿਹੜਾ ਕਿ ਇੱਕ ਇਕੱਲੀ ਪੁਲਿਸ ਨਹੀਂ ਕਰ ਸਕਦੀ। ਇਸ ਕਰਕੇ ਇਹ ਡੇ ਤੇ ਮੈਨੂੰ ਤੁਸੀਂ ਬੁਲਾ ਕੇ ਮੈਨੂੰ ਇੱਕ ਬਹੁਤ ਮਾਣ ਬਖਸ਼ਿਆ। ਸਾਡੇ ਮਹਿਕਮੇ ਨੂੰ ਮਾਣ ਹੈ, ਸਾਡੀ ਡਿਪਾਰਟਮੈਂਟ ਨੂੰ ਮਾਣ ਹੈ ਕਿ ਤੁਸੀਂ ਇਸ ਦਿਨ ਤੇ ਮੈਨੂੰ ਬੁਲਾਇਆ। ਇਹ ਜਿਹੜਾ ਦਿਵਸ ਬਣਾ ਰਹੇ ਅਸੀਂ, ਇਸ ਦਾ ਸੰਖੇਪ ਹਾਲਾਤ ਇਹੀ ਹੈ ਕਿ ਇਹ ਦਿਨ ਨੂੰ ਕਰੀਬ 78 ਸਾਲ ਦੇ ਕਰੀਬ ਇਹ ਜਿਹੜਾ ਇੰਟਰਨੈਸ਼ਨਲ ਕੋਆਪਰੇਸ਼ਨ ਡੇ ਮਨਾ ਰਹੇ ਹਾਂ ਜੀ, ਉਹ 7 ਸਤੰਬਰ ਨੂੰ ਮਨਾਇਆ ਜਾ ਰਿਹਾ। ਤੇ ਅੱਜ ਦਾ ਦਿਨ ਬਹੁਤ ਮੇਰੇ ਵਾਸਤੇ ਭਾਗ ਭਰਿਆ ਕਿ ਮੈਂ ਉਸ ਦਿਵਸ ਦੇ ਵਿੱਚ ਆ ਕੇ ਤੁਹਾਡੇ ਨਾਲ ਰੂਬਰੂ ਹੋਇਆ। ਤੇ ਇਹ ਤੋਂ ਬਾਅਦ ਚ ਅਸੀਂ ਜਿਹੜੇ ਵਿਚਾਰ ਵਟਾਂਦਰਾ ਕਰਾਂਗੇ ਤੇ ਅਸੀਂ ਇੱਕ ਦੂਜੇ ਦਾ ਜਵਾਬ ਦੇਵਾਂਗੇ। ਜੀ ਬਿਲਕੁਲ ਜੀ। ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਦਿਨ ਹੈ, ਜੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਹਿਯੋਗ ਤੋਂ ਸਾਹਮਣੇ ਆਉਂਦੀ ਹੈ ਗੱਲ, ਕਿ ਆਪਸੀ ਸਹਿਯੋਗ ਦੀ, ਆਪਸੀ ਤਾਲਮੇਲ ਦੀ ਗੱਲ ਕੀਤੀ ਗਈ ਹੈ। ਤੇ ਇਹ ਇਸ ਦਿਨ ਨੂੰ ਕਦੋਂ ਸਥਾਪਿਤ ਕੀਤਾ ਗਿਆ, ਕਿਉਂ ਮਨਾਉਣਾ ਸ਼ੁਰੂ ਕੀਤਾ ਗਿਆ, ਕੀ ਇਸ ਪਿੱਛੇ ਮੰਤਵ ਹੀ? ਕਈ ਕੁਝ ਮੇਰੇ ਦਿਮਾਗ ਵਿੱਚ ਹੈ, ਕਈ ਕੁਝ ਸਾਡੇ ਦਰਸ਼ਕਾਂ ਦੇ ਦਿਮਾਗ ਵਿੱਚ ਹੀ ਹੋਵੇਗਾ। ਇਸ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ ਕਿ ਕਿਉਂ, ਕਿਸ ਉਦੇਸ਼ ਦੇ ਨਾਲ ਤੇ ਕਦੋਂ ਇਹ ਸਥਾਪਿਤ ਕੀਤਾ ਗਿਆ। ਇਹ ਸਭ ਤੋਂ ਪਹਿਲਾਂ ਜਰਮਨ ਦੇ ਵਿੱਚ 1956 ਦੇ ਵਿੱਚ ਇਹਨਾਂ ਨੇ ਇੰਸਟੀਚਿਊਟ ਬਣਾਈ ਸੀ। ਸਾਡਾ ਇੰਡੀਆ ਵੀ ਉਹਨੇ ਜਿਹੜਾ ਕਿ 1949 ਦੇ ਵਿੱਚ ਇਹਨੂੰ ਜੁਆਇਨ ਕੀਤਾ ਜੀ। ਇਸ ਦਾ ਮੇਨ ਸ਼ਾਂਤੀ ਔਰ ਜਿਹੜੀ ਪੀਸ, ਸਿਕਿਉਰਿਟੀ ਅਤੇ ਜਿਹੜਾ ਸਾਡੇ ਜਸਟਿਸ ਨੇ, ਉਹਨੂੰ ਅਸੀਂ ਉਹਦੀ ਰੱਖਿਆ ਕਰਨ ਵਾਸਤੇ ਇਹ ਜਿਹੜਾ ਦਿਵਸ ਮਨਾਇਆ ਜਾਂ ਦਿਨ ਬਣਾਇਆ ਸੀਗਾ। ਇਹਦੇ ਨਾਲ ਇਸ ਦੀ ਮਹੱਤਤਾ ਇਹ ਹੈ ਕਿ ਇਸ ਸਾਲ ਦਾ ਇਹ ਉਦੇਸ਼ ਹੈ ਕਿ ਮਹਿਲਾ ਪੁਲਿਸਿੰਗ ਜਿਹੜੀ ਹੈ ਪੁਲਿਸਿੰਗ, ਉਸ ਨੂੰ ਅਸੀਂ ਕਾਮਯਾਬ ਕਰੀਏ, ਜਿਹੜੇ ਉਹਨਾਂ ਦੇ ਅਧਿਕਾਰ ਖੇਤਰ ਨੇ, ਜੋ ਉਹਨਾਂ ਨੂੰ ਮਿਲਦਾ ਸਨਮਾਨ ਦਈਏ। ਇਸ ਕਰਕੇ ਮੈਂ ਤਾਂ ਇਸ ਦਿਨ ਨੂੰ ਬੜਾ ਇੱਕ ਮਹੱਤਵਪੂਰਨ ਸਮਝਦਾ ਕਿ ਇਹ ਦਿਨ ਜਿਹੜਾ ਅਸੀਂ ਇੱਕ ਪੀਸ, ਸ਼ਾਂਤੀ ਵਾਸਤੇ, ਇੱਕ ਸੁਰੱਖਿਆ ਵਾਸਤੇ, ਇੱਕ ਜਿਹੜੀ ਜਸਟਿਸ ਸਾਨੂੰ ਨਿਆਂ ਵਾਸਤੇ, ਇਹ ਅਸੀਂ
ਤਦ ਹੀ ਕਰ ਸਕਦਾ ਜੇਕਰ ਸਾਡੀ ਪਬਲਿਕ ਸਾਨੂੰ ਜਿਹੜੀ ਹੈ ਕੋਆਪਰੇਟ ਕਰੇ। ਜੀ ਬਿਲਕੁਲ ਜੀ, ਇਹ ਲਾ ਇਨਫੋਰਸਮੈਂਟ ਏਜੰਸੀਜ਼ ਬਹੁਤ ਨੇ ਜੋ ਆਪੋ ਆਪਣਾ ਕੰਮ ਕਰ ਰਹੀਆਂ ਨੇ। ਪੁਲਿਸ ਆਪਣੇ ਤੌਰ ਤੇ ਕੰਮ ਕਰ ਰਹੀ ਹੈ, ਸਾਡੀ ਨਿਆਇਕ ਪ੍ਰਣਾਲੀ ਆਪਣੇ ਤੌਰ ਤੇ ਕੰਮ ਕਰ ਰਹੀ ਹੈ, ਤੇ ਜਦੋਂ ਕਾਨੂੰਨ ਬਣਦੇ ਨੇ ਤੇ ਕਾਨੂੰਨ ਬਣਾਉਣ ਵਾਲੇ ਜੋ ਵਿਅਕਤੀ ਨੇ, ਜੋ ਇਨਸਾਨ ਨੇ, ਉਹ ਆਪਣੇ ਤੌਰ ਤੇ ਕੰਮ ਕਰ ਰਹੇ ਨੇ। ਤੇ ਇਹ ਸਾਰੀ ਏਜੰਸੀ ਦਾ, ਜੋ 3 ਏਜੰਸੀਆਂ ਨੇ ਸਾਡੀਆਂ ਇਸ ਵਕਤ ਸਾਡੀ ਸਮਾਜ ਦੇ ਵਿੱਚ, ਇਹਨਾਂ ਦਾ ਆਪਸੀ ਤਾਲਮੇਲ ਕਿੰਨਾ ਕੁ ਜ਼ਰੂਰੀ ਹੈ? ਵੇਖੋ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਜਿਹੜੀ ਦੇਨੀ ਇੱਕ ਕੋਆਪਰੇਸ਼ਨ, ਜਿਹੜੀ ਸਹਿਯੋਗ ਆ, ਉਹ ਤੋਂ ਹੀ ਆਪਾਂ ਸ਼ੁਰੂ ਕੀਤਾ। ਇਹਦੇ ਵਿੱਚ ਸਭ ਤੋਂ ਵੱਡੀ ਮਹੱਤਤਾ ਇਹ ਹੈ ਕਿ ਇਹ ਜਿਹੜਾ ਏਜੰਸੀ ਬਣਾਈ ਗਈ ਹੈ, ਇਹ ਕ੍ਰਿਮੀਨਲ ਗਤੀਵਿਧੀਆਂ ਨੂੰ ਅਸੀਂ ਕੰਟਰੋਲ ਕਰਨ ਵਾਸਤੇ ਅਤੇ ਜਿਹੜੀ ਲਾ ਪੁਲਿਸ ਅਤੇ ਜਿਹੜੀ ਲਾ ਇਨਫੋਰਸਮੈਂਟ ਹੈ ਉਹਨੂੰ ਅਸੀਂ ਕਾਮਯਾਬ ਕਰਨ ਵਾਸਤੇ ਬਣਾਈ ਹੈ। ਇਸ ਕਰਕੇ ਭਲੀ ਭਾਂਤ ਜਿਨ੍ਹਾਂ ਸਾਰੀਆਂ ਏਜੰਸੀਆਂ ਰਲ ਕੇ ਕੰਮ ਨਹੀਂ ਕਰਨਗੀਆਂ ਤੇ ਅਸੀਂ ਆਪਣੇ ਲਾ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਠੀਕ ਤਰ੍ਹਾਂ ਨਹੀਂ ਰੱਖ ਸਕਦੇ। ਜੀ ਜੀ ਜੀ। ਤੇ ਮਹਿਲਾ ਪੁਲਿਸ ਦੀ ਤੁਸੀਂ ਗੱਲ ਕੀਤੀ ਹੈ, ਮਹਿਲਾ ਪੁਲਿਸ ਕਿੰਨੀ ਕੁ ਸક્ષਮ ਹੈ, ਜਾਂ ਮਹਿਲਾ ਪੁਲਿਸ 'ਚ ਕਿਸ ਤਰ੍ਹਾਂ ਉਹਨਾਂ ਨੂੰ ਹੋਰ ਸਟਰੋਂਗ ਕੀਤਾ ਜਾ ਰਿਹਾ ਹੈ? ਇਸ ਦਿਨ ਦੇ ਉੱਤੇ, ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਦੇ ਉੱਤੇ, ਹੋਰ ਕੀ ਕਾਰਜ ਕੀਤੇ ਜਾ ਰਹੇ ਨੇ? ਵੇਖੋ ਜੀ, ਸਾਡੇ ਮਹਿਕਮੇ ਵਿੱਚ ਮਹਿਲਾ ਪੁਲਿਸ ਤੇ ਜਿਹੜੀ ਅਸੀਂ ਫੋਰਸ ਜਿਹੜੀ ਭਰਤੀ ਵੀ ਕੀਤੀ ਹੋਈ ਹੈ। ਜਿਸ ਤਰ੍ਹਾਂ ਕਿ ਮੇਰੇ ਕੋਲ ਵਿੰਗ ਵੀ ਜਿਹੜਾ ਅੱਜ ਕੱਲ੍ਹ ਜੁਰਮ ਵਿਰੁੱਧ ਔਰਤਾਂ ਤੇ ਬੱਚਿਆਂ ਨਾਲ ਮੈਂ ਡੀਲ ਕਰ ਰਿਹਾ। ਮੇਰੇ ਕੋ ਮਹਿਲਾ ਹੀ ਕਰਮਚਾਰੀ ਜਿਹੜਾ ਤੈਨਾਤ ਨੇ, ਜਿਸ ਤਰ੍ਹਾਂ ਵੂਮਨ ਹੈਲਪ ਡੈਸਕ ਹੈ, ਜੀ ਜੀ, ਵੂਮਨ ਸੈੱਲ ਹੈ, ਜਾਂ ਇਸ ਤੋਂ ਇਲਾਵਾ ਜਿਹੜੀਆਂ ਸਾਡੇ ਮਹਿਲਾ ਮਿੱਤਰ ਬਣਾਈਆਂ, ਉਹ ਹਰ ਥਾਣੇ ਤੇ ਅਸੀਂ ਡਿਸਪਿਊਟ ਕੀਤੀਆਂ ਹੋਈਆਂ ਨੇ। ਇਹਨਾਂ ਦਾ ਬਾਣੀ ਦੇ ਵਿੱਚ ਹੀ ਬਹੁਤ ਰੁਤਬਾ ਦਿੱਤਾ ਗਿਆ, ਸੋ ਕਿਉ ਮੰਦਾ ਕਿ ਜਿੱਤ ਜਮੇ ਰਜ਼ਾਨ। ਬਿਲਕੁਲ। ਬਟ ਜਿਹੜੀ ਇੱਕ ਫੋਰਸ ਹੈ ਮਹਿਲਾ ਵਾਸਤੇ ਜਾਂ ਮਹਿਲਾ ਵਿੰਗ ਨੂੰ ਤਿਆਰ ਕਰਨਾ, ਇਹ ਇੱਕ ਬੜੀ ਸਾਡਾ ਇੱਕ ਸਮਾਜ ਨੂੰ ਦੇਣ ਹੈ ਕਿ ਜਿਹੜਾ ਕ੍ਰਾਈਮ ਲੇਡੀਜ਼ ਕਰਦੀਆਂ ਸੀਗੀਆਂ ਜਾਂ ਹੁਣ ਹੋ ਵੀ ਰਿਹਾ, ਉਹਨੂੰ ਅਸੀਂ ਜੱਜਮੈਂਟ ਕਰ ਸਕੀਏ ਈਜ਼ੀਲੀ, ਕਿਉਂਕਿ ਕੁਝ ਪ੍ਰੋਬਲਮਸ ਜਿਹੜੀਆਂ ਲੇਡੀਜ਼ ਸਮਝ ਸਕਦੀਆਂ। ਇਸ ਕਰਕੇ ਇਹਦੀ ਮਹੱਤਤਾ ਵਾਸਤੇ ਜਾਂ ਜਿਹੜੀ ਵਿਕਟਮ ਹੈ, ਜਿੰਨਾ ਜੁਰਮ ਹੋ ਰਿਹਾ, ਜੀ ਜੀ, ਉਹਨੂੰ ਠੀਕ ਢੰਗ ਨਾਲ ਅਸੀਂ ਕਵਰ ਕਰ ਸਕਦੇ ਹਾਂ। ਸਾਡੇ ਕੋਲ ਸਬ ਇੰਸਪੈਕਟਰ ਨੇ, ਜਿੱਦਾਂ ਅਸੀਂ ਪੋਕਸੋ ਦੇ ਕੇਸ ਲਾ ਲਓ, ਪੋਕਸੋ ਦੇ ਵਿੱਚ ਜਿਹੜਾ ਕਿ ਘੱਟੋ ਘੱਟ ਸਬ ਇੰਸਪੈਕਟਰ ਰੈਂਕ ਮੇਲ ਜਾਂ ਫੀਮੇਲ, ਜ਼ਿਆਦਾ ਤਾਂ ਹੁਣ ਉਸ ਕੋਲ ਫੀਮੇਲ ਅਸੀਂ ਆਪ ਹੀ ਉਹ ਕੀਤੀਆਂ ਹੋਈਆਂ ਨੇ। ਹਰ ਡਿਵੀਜ਼ਨ ਦੇ ਵਿੱਚ ਸਾਡੇ ਕੋਲ 2 ਲੇਡੀ ਅਸੀਂ ਸਬ ਇੰਸਪੈਕਟਰ ਡਿਸਪਿਊਟ ਕੀਤੀਆਂ ਹੋਈਆਂ ਨੇ। ਇਸ ਤੋਂ ਇਲਾਵਾ ਮਹਿਲਾ ਮਿੱਤਰ ਕੀਤੀਆਂ ਹੋਈਆਂ ਨੇ। ਇਹ ਜਿਹੜੀਆਂ ਜਿੰਨੇ ਵੀ ਅਸੀਂ ਵਿੰਗ ਸਾਡੇ ਮਹਿਕਮੇ ਵਿੱਚ ਬਣ ਗਏ ਨੇ, ਇਸ ਤਰ੍ਹਾਂ ਉਹ ਆਪਣਾ ਜਿਹੜਾ ਰੋਲ ਅਦਾ ਕਰਕੇ ਅਸੀਂ ਲੇਡੀ ਨੂੰ ਖਾਸ ਕਰਕੇ ਬਹੁਤ ਜ਼ਿਆਦਾ ਵਧੀਆ ਜਸਟਿਸ ਮਿਲ ਰਿਹਾ। ਜਦੋਂ ਕੋਈ ਪਹਿਲਾਂ ਕੁਝ ਸਾਡੇ ਕੋਲ ਜੈਂਟਸ ਕੋਲ ਇਹੋ ਜਿਹੇ ਜਿਹੜੇ ਕਿ ਇੰਸਟਰੂਮੈਂਟ ਨਹੀਂ ਸੀਗੇ, ਜਿਸ ਤਰ੍ਹਾਂ ਇੱਕ ਇੰਸਟਰੂਮੈਂਟ ਹੀ ਦਿੱਤਾ ਜਿਹੜਾ ਸਾਨੂੰ ਮਹਿਲਾ ਵਿੰਗ ਦਾ, ਉਹਨਾਂ ਨੂੰ ਭਰਤੀ ਕਰਕੇ, ਉਹਨਾਂ ਨੂੰ ਗਾਈਡ ਕਰਕੇ ਵਿਕਟਮ ਕੋਲੋਂ ਕਿਸ ਤਰ੍ਹਾਂ ਪੁੱਛਗਿੱਛ ਕਰਨੀ ਹੈ। ਇਸ ਕਰਕੇ ਸਾਨੂੰ ਇਹਦਾ ਮਾਣ ਵੀ ਹੈ ਤੇ ਕਿ ਜਿਹੜੀ ਮਹਿਲਾ ਪੁਲਿਸਿੰਗ ਹੈ ਇਹ ਬਹੁਤ ਵਧੀਆ ਵੀ ਕੰਮ ਕਰ ਰਹੀ ਹੈ। ਤੇ ਜਿਸ ਤਰ੍ਹਾਂ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਨੂੰ ਮਨਾਇਆ ਜਾ ਰਿਹਾ ਹੈ, ਤੇ ਜੇ ਮੈਂ ਅੰਤਰਰਾਸ਼ਟਰੀ ਮਹਿਲਾ ਦਿਵਸ, ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦੀ ਗੱਲ ਕਰਾਂ, ਤੇ ਇੱਕ ਦਿਮਾਗ ਦੇ ਵਿੱਚ ਸ਼ਬਦ ਆਉਂਦਾ ਹੈ, ਉਹ ਇੰਟਰਪੋਲ ਸ਼ਬਦ ਆਉਂਦਾ ਹੈ, ਕਿਉਂਕਿ ਜਿੱਥੇ ਪੁਲਿਸ ਕੋਆਪਰੇਸ਼ਨ ਦੀ ਗੱਲ ਹੁੰਦੀ ਹੈ, ਉੱਥੇ ਇੰਟਰਪੋਲ ਦੀ ਵੀ ਗੱਲ ਨਾਲ ਚੱਲਦੀ ਹੈ। ਸਾਨੂੰ ਇੰਟਰਪੋਲ ਬਾਰੇ ਜ਼ਰੂਰ ਦੱਸੋ। ਇੰਟਰਪੋਲ ਦਾ ਮਤਲਬ ਵੇਖੋ ਜੀ, ਇੰਟਰਪੋਲ ਜਿਹੜਾ ਆ, ਇਹਦਾ 1956 ਵਿੱਚ ਆਇਆ ਸੀ। ਇਹਦੇ ਕਰੀਬ 195 ਜਿਹੜੇ ਸਟੇਟਸ ਨੇ, ਜੀ ਜੀ, ਵੱਖ-ਵੱਖ ਇਹਨਾਂ ਦੇ ਮੈਂਬਰ ਨੇ, ਤੇ ਸਾਡੇ ਇੰਡੀਆ ਨੇ ਜਿਹੜਾ 1949 ਦੇ ਵਿੱਚ ਇਹ ਇੰਸਟੀਚਿਊਟ ਜੁਆਇਨ ਕੀਤੀ ਸੀ। ਜੀ ਜੀ। ਇਹਦੇ ਨਾਲ ਸਾਡੀ ਇੰਡੀਆ ਦੇ ਵਿੱਚ ਜਿੰਨੀਆਂ ਨਵੇਂ ਕੋਈ ਟੈਕਨੋਲੋਜੀ ਆ ਰਹੀ ਹੈ, ਜੀ ਜੀ, ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਇੰਟਰਪੋਲ ਦਾ ਫਾਇਦਾ ਹੋਇਆ। ਤੇ ਇਸ ਕਰਕੇ ਇਹਦੇ ਨਾਲ ਅਸੀਂ ਕ੍ਰਾਈਮ ਨੂੰ ਵੀ ਬੜੀ ਚੰਗੀ ਤਰ੍ਹਾਂ ਡਿਟੈਕਟ ਕਰ ਲੈਂਦੇ ਹਾਂ। ਜਿਸ ਤਰ੍ਹਾਂ ਅੱਜ ਕੱਲ੍ਹ CCTV ਨੇ, CCTNS TV ਲੱਗੇ ਹੋਏ ਨੇ, ਕੈਮਰਾ ਜਾਂ ਹੋਰ ਵੀ GPS ਵਗੈਰਾ, ਇਹ ਕਾਫੀ ਟੈਕਨੋਲੋਜੀ ਆ ਗਈ ਹੈ। ਉਹਦੇ ਨਾਲ ਸਾਡੇ ਮਹਿਕਮਾ ਜਿਹੜਾ ਬੜਾ ਈਜ਼ੀਲੀ ਉਸ ਕ੍ਰਾਈਮ ਨੂੰ ਡਿਟੈਕਟ ਕਰਕੇ ਤੇ ਮੁਲਜ਼ਮ ਨੂੰ ਫੜ ਕੇ ਜੇਲ੍ਹਾਂ ਪਿੱਛੇ ਅਸੀਂ ਉਹ ਡੱਕਦੇ ਹਾਂ। ਜੀ, ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ, ਪੁਲਿਸ, ਸਹਿਯੋਗ ਤੇ ਪਬਲਿਕ, 3 ਸ਼ਬਦ ਬਣਦੇ ਨੇ। ਇੱਕ ਪੁਲਿਸ ਹੋ ਗਈ, ਇੱਕ ਸਹਿਯੋਗ ਹੋ ਗਿਆ, ਤੇ ਨਾਲ ਦੇ ਨਾਲ ਪਬਲਿਕ ਐਟ ਲਾਰਜ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸਮੂਹ ਹੋ ਜਾਂਦਾ ਹੈ ਪਬਲਿਕ ਦਾ। ਤੇ ਲਗਾਤਾਰ ਤੁਸੀਂ ਵੀ, ਤੁਹਾਡਾ ਮਹਿਕਮਾ ਵੀ ਪਬਲਿਕ ਦੀ ਸੇਵਾ ਵਿੱਚ ਜੁਟੇ ਹੋਏ ਹੋ।
आपसी रिश्ता कैसा है, किस तरह का होना चाहिए है, इस बारे तुसीं की कहते हो? मैं तो सब तो पहला तुहानूं ये कह रहा कि जिहड़ा सहयोग वर्ड है ਇਹਦੇ ਵਿੱਚ ਸਾਰਾ ਕਵਰ ਹੋ ਜਾਂਦਾ। ਜਿਸ ਤਰ੍ਹਾਂ ਤੁਸੀਂ ਵਰਡ ਕੀ ਹੈ ਪੁਲਿਸ ਅਤੇ ਲੋਕਾਂ ਵਿੱਚ ਕਿਸ ਤਰ੍ਹਾਂ ਦਾ ਉਹ ਇੱਕ ਰਿਸ਼ਤਾ ਹੋਣਾ ਚਾਹੀਦਾ। ਸਾਡਾ ਰਿਸ਼ਤਾ ਇੱਕ ਨੌਂ ਤੇ ਮਾਸ ਦਾ ਰਿਸ਼ਤਾ ਹੋਣਾ ਚਾਹੀਦਾ। ਪਬਲਿਕ ਨੂੰ ਹਮੇਸ਼ਾ ਜਿਹੜੀ ਹੈ ਇਤਲਾਹ ਬਿਲਕੁਲ ਸੱਚੀ ਤੇ ਠੋਸ ਦੇਣੀ ਚਾਹੀਦੀ ਹੈ। ਜਦੋਂ ਸਾਨੂੰ ਪਬਲਿਕ ਇਤਲਾਹ ਸੱਚੀ ਤੇ ਠੋਸ ਦੇਊਗੀ ਉਹਦੇ ਨਾਲ ਅਸੀਂ ਕ੍ਰਾਈਮ ਨੂੰ ਬੜੀ ਚੰਗੀ ਤਰ੍ਹਾਂ ਡਿਟੈਕਟ ਕਰਕੇ ਤੇ ਜੁਰਮ ਤੇ ਪਕੜ ਕਰਕੇ ਔਰ ਗੰਦੇ ਅਨਸਰ ਨੂੰ ਫੜ ਕੇ ਅਸੀਂ ਅੰਦਰ ਦੇ ਕੇ ਉਹਨੂੰ ਸਜ਼ਾ ਦਵਾਵਾਂਗੇ। ਜੇਕਰ ਸਾਨੂੰ ਇਤਲਾਹ ਬਿਲਕੁਲ ਜਿਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜੀ ਜੀ ਉਹ ਕਾਫੀ ਹੱਦ ਤੱਕ ਮੁੜ ਕੇ ਇੱਕ ਪੁਲਿਸ ਦਾ ਟਾਈਮ ਬਰਬਾਦ ਹੁੰਦਾ ਹੈ, ਇੱਕ ਸਾਡੇ ਮਹਿਕਮੇ ਦਾ ਟਾਈਮ ਵੇਸਟ ਜਾਂਦਾ ਹੈ। ਇਸ ਕਰਕੇ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਕਿ ਪਬਲਿਕ ਤੇ ਪੁਲਿਸ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ, ਇਹ ਜਿਸ ਤਰ੍ਹਾਂ ਮੈਂ ਕਹਿਤਾ ਕਿ ਨੌ ਤੇ ਮਾਸ ਦਾ ਰਿਸ਼ਤਾ ਹੋਣਾ ਚਾਹੀਦਾ। ਪਬਲਿਕ ਨੂੰ ਅਵੇਅਰਨੈਸ ਹੋਣਾ ਚਾਹੀਦਾ ਕਿ ਜੇਕਰ ਅਸੀਂ ਪੁਲਿਸ ਅਫਸਰ ਕੋਲ ਚੱਲਦੇ ਹਾਂ ਅਸੀਂ ਬਿਨਾਂ ਕਿਸੇ ਡਰ ਦੇ ਜਾਈਏ ਔਰ ਸੱਚੀ ਇਤਲਾਹ ਦਈਏ। ਸੱਚੀ ਇਤਲਾਹ ਦੇਣ ਦੇ ਨਾਲ ਹੀ ਜਿਹੜੇ ਕਿ ਸਾਡੇ ਜਿਹੜੇ ਕਾਫੀ ਹੱਦ ਤੱਕ ਜਦੋਂ ਅਸੀਂ ਇਤਲਾਹ ਸੁਣਦੇ ਹਾਂ ਉਹਦੇ ਵਿੱਚੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਇਤਲਾਹ ਦੇ ਰਿਹਾ ਹੈ ਇਹ ਕਿੰਨਾ ਕੁ ਸੱਚਾ ਹੈ ਤੇ ਕਿੰਨਾ ਕੁ ਝੂਠਾ ਹੈ। ਇਸ ਕਰਕੇ ਉਹਦੀ ਜੱਜਮੈਂਟ ਕਰਕੇ ਅਸੀਂ ਉਹਦੇ ਮੁਤਾਬਕ ਜਿਹੜੀ ਜੋ ਸਾਨੂੰ ਸਟੇਟਮੈਂਟ ਦੇ ਰਿਹਾ ਹੈ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਕੇ ਜੇਕਰ ਸਾਡੇ ਕੋਲ ਕੰਪਲੇਂਟਡ ਕੋਈ ਝੂਠਾ ਆਣ ਕੇ ਦੱਸਦਾ ਹੈ ਤੇ ਜੇਕਰ ਉਸ ਕੰਪਲੇਂਟ ਵਿੱਚ ਸੱਚ ਬੋਲਣ ਜਾਂ ਝੂਠ ਸਾਨੂੰ ਲਿਖਾ ਰਿਹਾ ਹੈ ਤੇ ਫਿਰ ਅਸੀਂ ਉਹਦੇ ਵਿਰੁੱਧ ਕਾਰਵਾਈ ਕਰਦੇ ਹਾਂ। ਕਾਰਵਾਈ ਕਰ ਸਕਦੇ ਹੋ ਜੇ ਕੋਈ ਤੁਹਾਨੂੰ ਝੂਠੀ ਦਰਖਾਸਤ ਆਉਂਦੀ ਹੈ। ਤੇ ਇੱਕ ਨਾ ਇਹਨੂੰ ਚਾਹੇ ਕੌੜਾ ਸਵਾਲ ਕਹਿ ਲਓ ਤੇ ਚਾਹੇ ਸਾਡੀ ਭਾਵਨਾ ਕਹਿ ਲਓ ਜਾਂ ਇੱਕ ਧਾਰਨਾ ਕਹਿ ਲਓ ਪਬਲਿਕ ਦੀ, ਅਸੀਂ ਕੁਝ ਵੀ ਕਹਿ ਸਕਦੇ ਹਾਂ। ਇੱਕ ਨਾ ਪਬਲਿਕ ਦੇ ਵਿੱਚ ਡਰ ਹੈ। ਉਹ ਡਰ ਕੀ ਹੈ ਕਿ ਅਸੀਂ ਪੁਲਿਸ ਕੋਲ ਜਾਣਾ ਹੈ, ਪਤਾ ਨਹੀਂ ਸੁਣਵਾਈ ਹੋਣੀ ਕਿ ਨਹੀਂ, ਪਤਾ ਨਹੀਂ ਸਾਨੂੰ ਸ਼ਾਇਦ ਉਲਟਾ ਦਫਕਾ ਹੀ ਨਾ ਪੈ ਜਾਵੇ ਜਾਂ ਸਾਡੀ ਗੱਲ ਸੁਣੀ ਨਾ ਜਾਏ। ਤੇ ਇਹ ਡਰ ਕੀ ਖਤਮ ਹੋ ਚੁੱਕਾ ਹੈ ਜਾਂ ਇਹ ਡਰ ਵੱਧਦਾ ਜਾ ਰਿਹਾ? ਇਹ ਮੈਂ ਤੁਹਾਡੇ ਨਾਲ ਬਿਲਕੁਲ 100% ਤੁਹਾਡੇ ਨਾਲ ਸਹਿਮਤ ਹਾਂ। ਅੱਜ ਤੋਂ ਪਹਿਲਾਂ ਬਹੁਤ ਲੋਕ ਡਰਦੇ ਸੀਗੇ ਕਿ ਪੁਲਿਸ ਨੂੰ ਇਤਲਾਹ ਦੇਵਾਂਗੇ ਅਸੀਂ ਨਾ ਫਸ ਜਾਈਏ, ਸਾਡੇ ਰਿਸ਼ਤੇਦਾਰ ਨਾ ਫਸਣ। ਪਰ ਅੱਜ ਦੀ ਡੇਟ 'ਚ ਮੈਂ ਮਾਨਣਾ ਕਹਿੰਦਾ ਮੈਂ ਪਿੰਡਾਂ 'ਚ ਜਾ ਕੇ ਮੀਟਿੰਗਾਂ ਵੀ ਕੀਤੀਆਂ, ਪਬਲਿਕ ਮੀਟਿੰਗਾਂ ਵੀ ਕੀਤੀਆਂ, ਸਾਡੇ ਪੋਕਸੋ ਸੰਬੰਧੀ ਸੈਮੀਨਾਰ ਲੱਗੇ ਨੇ, ਬੜੇ ਮੈਂ ਅਟੈਂਡ ਕਰ ਰਿਹਾ ਔਰ ਸਾਨੂੰ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ। ਅੱਜ ਦੀ ਡੇਟ ਜਿਹੜੀ ਪਬਲਿਕ ਸਾਨੂੰ ਇਤਲਾਹ ਦੇ ਰਹੀ ਹੈ ਉਹ 100% ਨਹੀਂ ਮੈਂ ਕਹਿ ਸਕਦਾ, 100 ਦੇ ਵਿੱਚ 95% ਸੱਚੀ ਹੁੰਦੀ ਹੈ, ਜਿਹਦੇ ਨਾਲ ਸਾਨੂੰ ਕਾਫੀ ਉਸ ਉਤਸ਼ਾਹ ਮਿਲ ਰਿਹਾ ਕਿ ਪਬਲਿਕ ਜਿਹੜੀ ਹੈ ਸਾਡੇ ਨਾਲ ਖੜਨ ਦੀ ਕੋਸ਼ਿਸ਼ ਜ਼ਰੂਰ ਕਰਨ ਲੱਗ ਪਈ ਹੈ। ਔਰ ਜਿਹੜੀ ਤੁਸੀਂ ਦੱਸਿਆ ਕਿ ਡਰ ਇੱਕ ਸਾਡਾ ਮਨ ਦਾ ਡਰ ਹੈ ਜਾਂ ਸਾਡੇ ਜਿਹੜੇ ਕਰਮ ਉਹ ਡਰ ਹੈ। ਜਦੋਂ ਮੈਨੂੰ ਪਤਾ ਹੈ ਕਿ ਮੈਂ ਝੂਠਾ ਤੇ ਮੈਂ ਜਾ ਕੇ ਇੱਕ ਝੂਠ ਨੂੰ ਸੱਚੀ ਕਰਕੇ ਦੱਸੂਗਾ ਤੇ ਡਰ ਤੇ ਮੈਨੂੰ ਹੋਊਗਾ ਜੀ। ਬਿਲਕੁਲ। ਇਸ ਕਰਕੇ ਡਰਨ ਵਾਲੀ ਕੋਈ ਲੋੜ ਨਹੀਂ ਹੈ। ਮੈਂ ਅੱਜ ਦੇ ਦਿਨ ਸਾਰੀ ਪਬਲਿਕ ਨੂੰ ਤੁਹਾਡੇ ਜਰੀਏ ਇੱਕ ਬੇਨਤੀ ਵੀ ਕਰ ਰਿਹਾ ਕਿ ਪੁਲਿਸ ਕੋ ਡਰਨ ਦੀ ਲੋੜ ਨਹੀਂ ਹੈ। ਪੁਲਿਸ ਤੁਹਾਡੀ ਮਿੱਤਰ ਹੈ ਤੇ ਮਿੱਤਰ ਬਣ ਕੇ ਕੰਮ ਕਰੂਗੀ। ਜਿਸ ਤਰ੍ਹਾਂ ਅਸੀਂ ਫੋਰਨ ਕੰਟਰੀ 'ਚ ਜਾਂਦੇ ਹਾਂ ਅਸੀਂ ਬਾਹਰੋਂ ਆ ਕੇ ਐਗਜ਼ਾਮਪਲਾਂ ਦਿੰਦੇ ਹਾਂ, ਉੱਥੇ ਗਏ ਬੜਾ ਵਧੀਆ ਬੋਲੇ, ਬਹੁਤ ਸੋਹਣਾ ਸਾਡਾ ਰਿਸਪੈਕਟ ਕੀਤੀ ਕਿਉਂਕਿ ਉਹ ਰਿਗਾਰਡ ਕਰ ਰਹੇ ਨੇ ਰੈਂਕ ਦੀ। ਸਾਡੇ ਥੋੜਾ ਜਿਹਾ ਮਹਿਕਮੇ ਦੇ ਵਿੱਚ ਥੋੜਾ ਰਿਗਾਰਡ ਦੇ ਨਾਲ ਸਾਡੀ ਥੋੜਾ ਜਿਹਾ ਜਿਹੜੀ ਆਲੋਚਨਾ ਹੁੰਦੀ ਹੈ ਉਹ ਆਲੋਚਨਾ ਤੋਂ ਡਰਦੇ ਲੋਕ ਥੋੜਾ ਸਾਡੇ ਕੋਲ ਕਹਿੰਦੇ ਵੀ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਸ਼ਾਇਦ ਸਾਡੀ ਡਰ ਦੂਗਾ। ਡਰ ਵਾਲੀ ਭਾਵਨਾ ਕੋਈ ਨਹੀਂ, ਸਾਡੇ ਕੋਲ ਆਓ। ਅਸੀਂ ਪਬਲਿਕ ਨੂੰ ਹਮੇਸ਼ਾ ਮੈਂ ਜਿੱਥੇ ਕੋਈ ਸੈਮੀਨਾਰ ਵੀ ਕਰਦਾ ਜੀ ਜਾਂ ਕਿਤੇ ਸਾਡੀ ਕੋਈ ਪਬਲਿਕ ਮੀਟਿੰਗ ਹੁੰਦੀ ਹੈ, ਅੱਜ ਕੱਲ ਕਾਫੀ ਐਂਟੀ ਡਰੱਗਸ ਮੁਹਿੰਮ ਚੱਲੀ ਹੈ ਜੀ ਜੀ ਉਹਦੇ ਸਬੰਧ 'ਚ ਮੈਂ ਪਿੰਡਾਂ 'ਚ ਜਾਂਦਾ ਔਰ ਉਹਨਾਂ ਦੀ ਗੱਲਬਾਤ ਸੁਣੀਦੀ ਹੈ, ਉਹਨਾਂ ਦੀਆਂ ਭਾਵਨਾਵਾਂ ਤੋਂ ਪਤਾ ਲੱਗ ਰਿਹਾ ਕਿ ਲੋਕ ਜਿਹੜੇ ਐਂਟੀ ਡਰੱਗਸ ਜਿਹੜੀ ਮੁਹਿੰਮ ਆ ਉਹਦੇ ਵਿੱਚ ਨਾ ਸਾਥ ਦੇ ਕੇ ਸਾਨੂੰ ਜ਼ਰੂਰ ਕਾਮਯਾਬ ਕਰਨਗੇ ਕਿਉਂਕਿ ਪਬਲਿਕ ਦੀ ਕੋਆਪਰੇਸ਼ਨ ਬਗੈਰ ਪੁਲਿਸ ਕੁਝ ਨਹੀਂ ਕਰ ਸਕਦੀ। ਤੁਹਾਡੇ ਕਹਿਣ ਦਾ ਮਤਲਬ ਕਿ ਇਸ ਮੌਜੂਦਾ ਦੌਰ ਦੇ ਵਿੱਚ ਪਬਲਿਕ ਫੁੱਲੀ ਸਪੋਰਟ ਕਰ ਰਹੀ ਹੈ, ਤੁਹਾਡੇ ਮਹਿਕਮੇ ਨੂੰ ਨਾਲ ਸਹਿਯੋਗ ਦੇ ਰਹੀ ਹੈ। ਜੀ ਜੀ ਜੀ। ਤੇ ਇੱਕ ਸਮਾਂ ਹੁੰਦਾ ਸੀ ਜਦੋਂ ਕਿਹਾ ਜਾਂਦਾ ਹੈ ਕਿ ਪੁਲਿਸ ਦੇ ਵਿੱਚ ਸ਼ਾਇਦ ਨਵੀਂ ਭਰਤੀ ਨਹੀਂ ਹੋਈ, ਸ਼ਾਇਦ
ਅੱਜ ਦੀ ਟੈਕਨੋਲੋਜੀ ਮੁਤਾਬਕ ਜਾਂ ਜੋ ਲੋੜੀਂਦਾ ਲੋੜ ਹੈ ਪੁਲਿਸ ਮਹਿਕਮੇ ਨੂੰ ਉਹ ਨਹੀਂ ਮਿਲੀ। ਪਰ ਅੱਜ ਨਵੀਂ ਭਰਤੀ ਵੀ ਹੋ ਚੁੱਕੀ ਹੈ। ਜੇ ਅਸੀਂ ਟ੍ਰੈਫਿਕ ਪੁਲਿਸ ਤੋਂ ਗੱਲ ਕਰਦੇ ਹਾਂ ਤਾਂ ਉੱਚ ਅਫਸਰਾਂ ਸਾਹਿਬਾਨ ਦੀ ਗੱਲ ਕਰੀਏ ਤਾਂ ਨੌਜਵਾਨ ਮੁੰਡੇ ਕੁੜੀਆਂ ਇਸ ਮਹਿਕਮੇ ਦੀ ਵਾਗਡੋਰ ਸਾਂਭ ਕੇ ਬੈਠੇ ਨੇ। ਤੇ ਤੁਸੀਂ ਨਵੀਂ ਭਰਤੀ ਨੂੰ ਲੈ ਕੇ ਤੇ ਪੁਲਿਸ ਕੋਆਪਰੇਸ਼ਨ ਡੇ ਨੂੰ ਲੈ ਕੇ ਕੀ ਕਹਿੰਦੇ? ਦੇਖੋ ਜੀ, ਨਵੀਂ ਭਰਤੀ ਦੇ ਵਿੱਚ ਸਾਡੇ ਬੜੇ ਪੜ੍ਹੇ ਲਿਖੇ ਨੌਜਵਾਨ ਆ ਰਹੇ ਨੇ। ਕੋਈ MSc ਹੈ, ਕੋਈ BSc ਹੈ, ਕੋਈ MA ਹੈ, ਕੋਈ ਹੈ ਨਾ, ਹਰ ਡਿਗਰੀ ਲੈ ਕੇ ਆ ਰਹੇ ਨੇ। ਉਹਦੇ ਨਾਲ ਸਾਡੇ ਮਹਿਕਮੇ ਨੂੰ ਕਾਫੀ ਉਹਨਾਂ ਦੀ ਪੜ੍ਹਾਈ ਦਾ ਜਿਹੜਾ ਕਿ ਫਾਇਦਾ ਹੋ ਰਿਹਾ ਜੀ। ਜਿਸ ਤਰ੍ਹਾਂ GPS ਸਿਸਟਮ ਲਾ ਲਓ, ਪੁਰਾਣੇ ਪੁਲਿਸ ਨੂੰ GPS ਸਿਸਟਮ ਬਾਰੇ ਪਤਾ ਨਹੀਂ ਸੀਗਾ ਜੀ। ਹੁਣ ਨਵੀਂ ਭਰਤੀ ਆਈ ਹੈ, ਪੜ੍ਹੇ ਲਿਖੇ ਜਵਾਨ ਆਏ ਨੇ, ਉਹ ਆਪਣਾ ਬੁਰਾ ਤੇ ਭਲਾ ਸਮਝੇ। ਪਿੱਛੇ ਘੱਟ ਪੜ੍ਹੇ ਸੀਗੇ, ਉਹ ਇਸ਼ਾਰਿਆਂ ਨਾਲ ਉਹਨਾਂ ਨੂੰ ਸਮਝਾਉਣਾ ਪੈਂਦਾ ਸੀ, ਮੈਨੂਅਲ ਕੰਮ ਸੀ। ਹਾਂਜੀ, ਇਸ ਕਰਕੇ ਜਿਹੜੀ GPS ਟੈਕਨੋਲੋਜੀ, ਟ੍ਰੈਫਿਕ ਟੈਕਨੋਲੋਜੀ, ਕੋਈ ਵੀ ਸਾਈਬਰ ਟੈਕਨੋਲੋਜੀ, ਪੌਕਸੋ, ਚਾਈਲਡ ਮੈਰਿਜ ਐਕਟ, ਦੂਜੇ ਜਿੰਨੇ ਵੀ ਐਕਟ ਨੇ, ਉਹਨਾਂ ਤੋਂ ਸਾਨੂੰ ਜਾਣੂ ਕਰਾਉਣ ਵਾਸਤੇ ਸਾਨੂੰ ਕਾਫੀ ID ਡੇਟ ਸੈਮੀਨਾਰ ਕਰਵਾ ਰਹੀ ਹੈ ਸਰਕਾਰਾਂ। ਉਹਨਾਂ ਦੇ ਵਿੱਚ ਸਾਡੇ ਕਾਫੀ ਅਫਸਰ, ਉੱਚ ਅਫਸਰ ਵੀ ਜਾਂਦੇ ਨੇ, ਸਾਡੇ ਲੈਵਲ ਦੇ ਵੀ ਜਾਂਦੇ ਨੇ, ਸਭ ਤੋਂ ਲੋਅਰ ਰੈਂਕ ਤੇ ਵੀ ਜਾਂਦੇ ਨੇ। ਉਹ ਜਿਹੜੀ ਟੈਕਨੋਲੋਜੀ ਸਾਨੂੰ ਮਿਲ ਰਹੀ ਹੈ, ਉਹਦੇ ਨਾਲ ਅਸੀਂ ਜਿਹੜਾ ਕ੍ਰਾਈਮ ਦੇ ਵਿੱਚ ਨੂੰ ਡਿਟੈਕਟ ਕਰਨ ਵਾਸਤੇ ਕਾਫੀ ਹੱਦ ਤੱਕ ਸੰਭਵ ਹੋ ਚੁੱਕੇ ਹਾਂ। ਤੇ ਹੋ ਸਕਦਾ ਹੈ ਕਿ ਜਿਹੜੇ ਸਾਨੂੰ ਜਿੰਨੀਆਂ ਟੈਕਨੋਲੋਜੀ ਨਵੀਆਂ ਆ ਰਹੀਆਂ ਨੇ, ਸਾਨੂੰ ਨਵੀਂ ਫੋਰਸ ਮਿਲ ਰਹੀ ਹੈ। ਜੇ ਤਾਂ ਟ੍ਰੈਫਿਕ ਦੀ ਗੱਲ ਆ ਲਓ ਜੀ, ਡੈਸੀਮੀਟਰ ਦਾ ਕਿਹਨੂੰ ਪਤਾ ਨਹੀਂ ਸੀ ਜੀ, ਬਿਲਕੁਲ, ਠੀਕ ਹੈ ਨਾ ਜੀ। ਹੁਣ ਸਾਨੂੰ ਇਹ ਪਤਾ ਲੱਗ ਗਿਆ ਕਿ ਜਿਹੜੇ ਇਨਸਟਰੂਮੈਂਟ ਟ੍ਰੈਫਿਕ ਟੈਕਨੋਲੋਜੀ ਦੇ ਰਹੀ ਹੈ, ਉਹਨੂੰ ਵਰਤਣ ਵਾਸਤੇ ਜਿਹੜੀ ਨੌਲੇਜ ਵੀ ਚਾਹੀਦੀ ਹੈ। ਬਿਲਕੁਲ, ਕਿਉਂਕਿ ਪੁਰਾਣੇ ਪੁਲਿਸ ਅਫਸਰਾਂ ਦੀ ਨੌਲੇਜ ਨਹੀਂ, ਹੁਣ ਕੰਪਿਊਟਰ ਬਾਰੇ ਪੁਰਾਣੇ ਅਫਸਰਾਂ ਨੂੰ ਪਤਾ ਨਹੀਂ ਕੁਝ ਨਹੀਂ। ਇਸ ਕਰਕੇ ਕੰਪਿਊਟਰ ਆਪਰੇਟਰ ਭਰਤੀ ਕਰ ਲਏ। ਨਵੇਂ ਜਿਹੜੇ ਹੁਣ ਸਾਈਬਰ ਕ੍ਰਾਈਮ ਦੇ ਵਿੱਚ ਸਾਡੇ ਜਿਸ ਤਰ੍ਹਾਂ ਤੱਕ ਜਿਸ ਤਰ੍ਹਾਂ ਉਹਨਾਂ ਦੀ ਕੁਆਲੀਫਿਕੇਸ਼ਨ ਹੈ, ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਡਿਪਾਰਟਮੈਂਟਾਂ ਵਿੱਚ ਸਿਲੈਕਟ ਵੀ ਕਰ ਰਹੇ ਹਾਂ, ਰੱਖ ਵੀ ਰਹੇ ਹਾਂ। ਉਹ ਸਾਨੂੰ ਪੋਜ਼ਿਟਿਵ ਸਾਨੂੰ ਰਿਸਪੌਂਸ ਵੀ ਆ ਰਿਹਾ। ਇਸ ਕਰਕੇ ਜਿਹੜੀ ਹੈ ਟੈਕਨੋਲੋਜੀ, ਇਹ ਬਹੁਤ ਹੀ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਸਾਈਬਰ ਕ੍ਰਾਈਮ ਹੋ ਰਿਹਾ ਜੀ, ਬਿਲਕੁਲ, ਅੱਜ ਕੱਲ੍ਹ ਦੇ ਦੌਰ ਵਿੱਚ ਸਾਈਬਰ ਦੇ ਥਰੂ ਬਹੁਤ ਜ਼ਿਆਦਾ ਠੱਗੀਆਂ ਵੱਜ ਰਹੀਆਂ ਨੇ। ਕਾਫੀ ਹੱਦ ਤੱਕ ਸਾਡੇ ਔਨ ਮੋਬਾਈਲ ਉਹ ਐਪ ਕਰਦੇ ਨੇ, ਉਹ ਨੱਪ ਦਿੰਦੇ ਨੇ ਲੋਕ। ਅਸੀਂ ਕਾਫੀ ਕਹਿੰਦੇ ਕਿ ਜਿਹੜਾ ਅਨਨੋਨ ਨੰਬਰ ਹੈ, ਕੋਈ ਫੈਕ ਤੁਹਾਨੂੰ ID ਹੈ ਜਾਂ ਕੋਈ ਵੀ ਤੁਹਾਨੂੰ ਮੈਸੇਜ ਆ ਰਿਹਾ, ਉਹਨੂੰ ਓਪਨ ਹੀ ਨਾ ਕਰੋ। ਪਰ ਫਿਰ ਵੀ ਲੋਕ ਪਤਾ ਨਹੀਂ ਕਿਉਂ ਉਹਨੂੰ ਨੱਪ ਕੇ ਫਿਰ ਉਹਦੇ ਵਿੱਚ ਆਪਣਾ ਬਾਇਓਡਾਟਾ ਉਹਨਾਂ ਨੂੰ ਕਲੈਕਟ ਕਰ ਲੈਂਦਾ ਉਹ ਅਗਲਾ, ਫਿਰ ਇਹਨਾਂ ਦੇ ਉਹ ਜਿਹੜਾ ਕਿ ਉਹ ਟ੍ਰਾਂਜੈਕਸ਼ਨ ਕਰਵਾ ਕੇ ਉਹ ਸਾਡੇ ਕੋਲ ਆ ਜਾਂਦੇ ਨੇ। ਬਿਲਕੁਲ ਜੀ, ਇਹ ਤੇ ਗੱਲ ਹੈ ਵੀ ਦੇਖੋ, ਪੁਲਿਸ ਦਾ ਸਹਿਯੋਗ ਤੇ ਪਬਲਿਕ ਦਾ ਸਹਿਯੋਗ ਜਦੋਂ ਆਪਸੀ ਤਾਲਮੇਲ ਦੇ ਵਿੱਚ ਵਧੀਆ ਹੋਏਗਾ ਤੇ ਲੋਕਾਂ ਨੂੰ ਵੀ ਪੁਲਿਸ ਕੋਲ ਜਾ ਕੇ ਇੱਕ ਸੇਫਟੀ ਮਹਿਸੂਸ ਹੋਵੇਗੀ ਤੇ ਪੁਲਿਸ ਵੀ ਸਹੀ ਢੰਗ ਦੇ ਨਾਲ ਗੱਲ ਸੁਣੇਗੀ। ਗੱਲ ਤੇ ਸਹਿਯੋਗ ਦੀ ਹੈ। ਤੇ ਲਗਾਤਾਰ ਜੇ ਮੈਂ ਗੱਲ ਕਰਾਂ ਟ੍ਰੈਫਿਕ ਦੇ ਵਿੱਚ ਜ਼ਿਆਦਾ ਵਾਹ ਤੇ ਲੋਕਾਂ ਦਾ ਪੁਲਿਸ ਨਾਲ ਟ੍ਰੈਫਿਕ ਦੇ ਵਿੱਚ ਪੈਂਦਾ ਹੈ। ਚਾਹੇ ਚੌਂਕ ਦੀ ਗੱਲ ਕਰ ਲਓ, ਚਾਹੇ ਜੇ ਚਲਾਨ ਦੀ ਗੱਲ ਕਰ ਲਓ, ਉੱਥੇ ਹੋ ਜਾਂਦੀ ਹੈ ਹਨਾ। ਟ੍ਰੈਫਿਕ ਦੇ ਵਿੱਚ ਲਗਾਤਾਰ ਤੁਸੀਂ ਪੁਲਿਸ ਨਾਲ ਜੁੜੇ ਰਹਿੰਦੇ ਹੋ, ਉੱਥੇ ਕਿਸ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ? ਵੇਖੋ ਜੀ, ਮੇਰੇ ਕੋਲ ਮਹਿਕਮਾ, ਮੇਰੇ ਕੋਲ ਜ਼ਿੰਮੇਵਾਰੀ ਟ੍ਰੈਫਿਕ ਪੁਲਿਸ ਦੀ ਦਿੱਤੀ ਹੋਈ ਹੈ ਮੇਰੇ ਮਾਨਯੋਗ SSP ਸਾਹਿਬ ਨੇ। ਮੈਂ ਪਿਛਲੇ ਇੱਕ ਤਰੀਕ ਤੋਂ 15 ਅਗਸਤ ਤੱਕ, ਮੈਨੂੰ 6 ਤਰੀਕ ਨੂੰ ਸਾਹਿਬ ਨੇ ਚਾਰਜ ਦਿੱਤਾ ਸੀਗਾ ਜੀ। ਮੈਂ ਨਹੀਂ ਕੁਝ ਕੀਤਾ, ਮੈਂ ਆਪਣੇ ਅਫਸਰ ਦੇ ਸਹਿਯੋਗ ਨਾਲ ਕਰ ਰਿਹਾ। ਸਹਿਯੋਗ ਵਰਡ ਆ ਗਿਆ ਜੀ। ਫਿਰ ਬਿਲਕੁਲ, ਜੇ ਅਫਸਰ ਸਹਿਯੋਗ ਦੇਣਗੇ ਤੇ ਕੰਮ ਸਬਾਰਡੀਨੇਟ ਵਧੀਆ ਕਰੂਗਾ। ਮੈਂ 621 ਚਲਾਨ ਕੱਟੇ ਸੀਗੇ ਜੀ, ਮੈਂ ਨਹੀਂ ਕੱਟੇ, ਮੇਰੇ ਸਬਾਰਡੀਨੇਟ ਕੱਟੇ। ਕਿਉਂਕਿ ਸਹਿਯੋਗ ਜਿਹੜਾ ਵਰਡ ਹੀ ਹੈ ਜੀ, ਸਹਿਯੋਗ ਤੇ ਚੱਲ ਰਿਹਾ। ਸਹਿਯੋਗ ਮਿਲਣ ਦੇ ਨਾਲ ਜੇ ਸਾਨੂੰ ਸਹਿਯੋਗ ਦੇ ਅਫਸਰ ਤੇ ਪਬਲਿਕ ਨੂੰ ਅਸੀਂ ਸਹਿਯੋਗ ਦੇਵਾਂਗੇ ਤੇ ਜਿਹੜਾ ਕਿ ਤਾਲਮੇਲ ਬਣਿਆ ਰਹੇਗਾ। ਅਵੇਅਰਨੈਸ ਆ ਰਹੀ ਹੈ, ਲੋਕਾਂ ਨੂੰ ਅਸੀਂ ਸਮਝਾ ਰਹੇ ਹਾਂ ਵੀ ਆਪਦੇ ਜਿਹੜੇ ਡਾਕੂਮੈਂਟ 2 ਪੂਰੇ ਰੱਖੋ, RC ਪਲੱਸ ਲਾਇਸੈਂਸ। ਦੂਜੇ ਕਿਉਂਕਿ ਪਿੱਛੇ ਲੋਕਾਂ ਨੂੰ ਪਤਾ ਹੀ ਨਹੀਂ ਸੀ, ਮੋਟਰਸਾਈਕਲ ਖਰੀਦ ਲਿਆ, ਬਿੱਲ ਮਿਲ ਗਏ, ਉਹੀ ਵਰਤੀ ਜਾਂਦੇ ਸੀ। ਬਿਲਕੁਲ ਬਿਲਕੁਲ, ਕਾਫੀ ਹੱਦ ਤੱਕ ਮੈਂ ਉਹਨਾਂ ਨੂੰ ਬੰਦ ਵੀ ਕਰਵਾਇਆ ਤੇ ਖੁਦ ਵੀ ਬੰਦ ਕੀਤੇ। ਉਹਦੇ ਨਾਲ ਪਬਲਿਕ ਨੂੰ ਇੱਕ ਵਾਰੀ ਸ਼ੌਕ ਲੱਗਦਾ ਹੈ, ਬਿਲਕੁਲ ਲੱਗਦਾ ਕਿ ਪੁਲਿਸ ਅਫਸਰ ਨੇ ਸਾਡਾ ਚਲਾਨ ਕੱਟਤਾ। ਮੈਂ ਉਦੋਂ ਅੰਮ੍ਰਿਤਸਰ ਤੇ ਨਾ ਸੀਗਾ, ਮੈਂ ਇੱਕ ਦੋਧੀ ਦਾ ਚਲਾਨ ਕੱਟਤਾ ਜੀ, ਬੰਦ ਕਰਤਾ ਮੋਟਰਸਾਈਕਲ। ਉਹ 10-15 ਦਿਨ ਮੇਰੇ ਕੋਲ ਆ ਗਿਆ ਬਾਅਦ, ਇਹਨੂੰ ਸਰਾਜ ਜੀ ਤੁਹਾਡਾ ਧੰਨਵਾਦ। ਮੈਂ ਤੁਸੀਂ ਕੌਣ ਹੋ? ਤੁਸੀਂ ਕਹਿੰਦਾ ਮੇਰਾ ਮੋਟਰਸਾਈਕਲ ਬੰਦ ਕੀਤਾ ਸੀਗਾ। ਮੈਂ ਯਾਰ ਕਿਤੇ ਮੈਂ ਮੋਟਰਸਾਈਕਲ ਬੰਦ ਕੀਤਾ, ਤੁਸੀਂ ਮੇਰਾ ਧੰਨਵਾਦ ਕਰ ਰਹੇ ਹੋ।
ਕਿਦਾ ਸਰ ਧੰਨਵਾਦ ਤੁਹਾਡਾ ਇਸ ਕਰਕੇ ਆਇਆ ਮੈਂ ਕਿ ਮੈਂ ਪਤਾ ਨਹੀਂ ਕਿੰਨੀ ਕੁ ਵਾਰ ਆਇਆ ਤੇ ਕਿੰਨੇ ਕੁ ਪੈਸੇ ਮੈਂ ਬਰਬਾਦ ਕਰ ਚੁੱਕਾ ਤਾਂ ਸਿਰਫ ਮੇਰਾ 4000 ਰੁਪਏ ਲੱਗਾ ਤੇ ਮੇਰੇ ਡਾਕੂਮੈਂਟ ਬਣ ਗਏ। ਮੈਂ ਬੜਾ ਖੁਸ਼ ਹੋਇਆ ਵੀ ਲੋਕਾਂ ਨੂੰ ਜੇ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦਾ ਪੋਜ਼ਿਟਿਵ ਜਾਂ ਮੈਰਿਟ ਜਾਂ ਡੀਮੈਰਿਟ ਬਾਰੇ ਦੱਸ ਰਹੇ ਹਾਂ ਤੇ ਲੋਕ ਸਮਝ ਜਾਂਦੇ ਆ। ਇਸ ਕਰਕੇ ਪਬਲਿਕ ਨੂੰ ਤੇ ਸਾਡਾ ਪੁਲਿਸ ਦਾ ਸਹਿਯੋਗ ਇਹ ਬਹੁਤ ਹੱਦ ਤੱਕ ਅੱਜ ਦੀ ਡੇਟ 'ਚ ਕਾਮਯਾਬ ਹੋ ਰਿਹਾ। ਸਾਨੂੰ ਪਬਲਿਕ ਬਹੁਤ ਤਰ੍ਹਾਂ ਦੀਆਂ ਇਤਲਾਵਾਂ ਦੇ ਰਹੀ ਹੈ, ਅਸੀਂ ਉੱਤੇ ਕੰਮ ਵੀ ਕਰ ਰਹੇ ਹਾਂ। ਜਿਸ ਏਰੀਆ ਵਿੱਚ ਮੈਂ ਲੱਗਾ ਅਸੀਂ ਉਸ ਏਰੀਆ ਦੇ ਵਿੱਚੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਕਾਫੀ ਅਸੀਂ ਡਿਟੈਕਸ਼ਨ ਵੀ ਕੀਤੀ ਹੈ। ਇੱਕ ਜੇ ਹੀਰੋ ਲਾ ਲਓ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋਗੇ 5 ਕਿਲੋ 6 ਕਿਲੋ ਅਸੀਂ ਡਰੋਨ ਵੀ ਕਾਬੂ ਕੀਤੇ ਔਰ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ। ਮਤਲਬ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਅਸਾਂ ਔਰ ਜਿਹੜੇ ਬੈਡ ਐਲੀਮੈਂਟਸ ਨੇ ਸਭ ਤੋਂ ਜ਼ਿਆਦਾ ਸਾਡੇ ਏਰੀਏ 'ਚ ਹੈ। ਮੈਂ ਤਰਨਤਾਰਨ ਜਿਨ੍ਹਾਂ ਨੂੰ ਖਾਸ ਕਰਕੇ ਸਾਡਾ ਉਹ ਹਾਈਲਾਈਟ ਹੈ ਕਿ ਉੱਥੋਂ ਕਾਫੀ ਹੱਦ ਤੱਕ ਅਸੀਂ ਡਰੋਨ ਡਿਟੈਕਟ ਕੀਤੇ ਔਰ ਜਿਹੜੇ ਉਹ ਉਸ ਏਰੀਏ ਦੇ ਗੈਂਗਸਟਰ ਨੇ ਨਾਮੀ ਉਹਨਾਂ ਦੇ ਸਹਿਯੋਗੀਆਂ ਨੂੰ ਵੀ ਕਾਫੀ ਹੱਦ ਤੱਕ ਅਸੀਂ ਨੱਥ ਪਾਈ। ਪਬਲਿਕ ਦਾ ਸਹਿਯੋਗ, ਹਾਂਜੀ, ਉਹ ਪਬਲਿਕ ਸਾਨੂੰ ਸਹਿਯੋਗ ਦੇ ਰਹੀ ਹੈ। ਇਸ ਕਰਕੇ ਅੱਜ ਦਾ ਦਿਨ ਜਿਹੜਾ ਸਹਿਯੋਗ ਹੀ ਇੱਕ ਵਰਡ ਹੀ ਕੋਆਪਰੇਸ਼ਨ ਦਾ ਹੈ ਉਹਦੇ ਮੁਤਾਬਕ ਅਸੀਂ ਕੰਮ ਜਿਹੜੇ ਕਰਾਂਗੇ ਤੇ ਕਰਦੇ ਵੀ ਰਵਾਂਗੇ ਜੀ। ਤੇ ਹਾਂ, ਤੇ ਕਈ ਵਾਰੀ ਕੀ ਹੁੰਦਾ ਹੈ ਕਿ ਆਮ ਦੇਖਿਆ ਜਾਂਦਾ ਹੈ ਸੜਕਾਂ ਦੇ ਉੱਤੇ ਕਿਸੇ ਪੁਲਿਸ ਅਧਿਕਾਰੀ ਨੇ ਇਹ ਜਨਤਾ 'ਚੋਂ ਕੋਈ ਵਿਅਕਤੀ ਫੜਿਆ ਹੁੰਦਾ ਹੈ ਜਾਂ ਜਿਸ ਤਰ੍ਹਾਂ ਮੋਟਰਸਾਈਕਲ ਕਹਿ ਲਓ ਜਾਂ ਸਕੂਟਰ ਕਹਿ ਲਓ ਜਾਂ ਕੋਈ ਵੀ ਉਸ ਤਰ੍ਹਾਂ ਤੁਸੀਂ ਕਿਸੇ ਨੂੰ ਨਜ਼ਰਬੰਦ ਕਰਦੇ ਹੋ ਤਾਂ ਦੇਖਣ ਨੂੰ ਕੀ ਮਿਲਦਾ ਹੈ ਕਿ ਬਹਿਸਬਾਜ਼ੀ ਬੜੀ ਹੋ ਰਹੀ ਹੁੰਦੀ ਹੈ। ਤੇ ਜੋ ਲੋਕ ਅਨਨੈਸੈਸਰੀ ਬਹਿਸ ਕਰਦੇ ਨੇ ਉਹਨਾਂ ਬਾਰੇ ਤੁਸੀਂ ਅੱਜ ਦੇ ਸਹਿਯੋਗ ਦਿਵਸ ਦੇ ਉੱਤੇ ਕੀ ਕਹਿਣਾ ਚਾਹੋਗੇ? ਇਹ ਜੀ ਇੱਕ ਲੈਕਸ ਆਫ ਨੌਲੇਜ ਹੈ। ਮੈਂ ਉਹਨਾਂ ਨੂੰ ਬਹਿਸ ਨਹੀਂ ਕਹਿੰਦਾ। ਅੱਛਾ। ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਸੀ। ਜਿਉਂ ਨੌਲੇਜ ਹੋਣ ਲੱਗੀ ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਸਮਝਣਾ, ਕਿਉਂਕਿ ਸਾਡੇ ਵੀ ਪੁਲਿਸ ਅਫਸਰ ਜਿਹੜੇ ਇਹਨਾਂ ਨਹੀਂ ਸੀ ਉਹ ਅਬਜ਼ਰਵ ਜਾਂ ਇਸ ਚੀਜ਼ ਨੂੰ ਸਮਝ ਸਕਦੇ। ਇਸ ਕਰਕੇ ਜਦੋਂ ਮੈਨੂੰ ਕੰਮ ਬਾਰੇ ਪਤਾ ਨਹੀਂ ਤੇ ਮੈਂ ਕਿਹੋ ਕੰਮ ਕਰਵਾ ਰਿਹਾ ਉਹਦੇ ਬਾਰੇ ਮੈਨੂੰ ਤਾਂ ਪਤਾ ਨਹੀਂ ਤੇ ਮੈਂ ਬਹਿਸ ਹੀ ਕਰੂੰਗਾ ਨਾ। ਜੇ ਤੇ ਮੈਨੂੰ ਕੰਮ ਬਾਰੇ ਨੌਲੇਜ ਹੋਊਗੀ ਫਿਰ ਮੈਂ ਟੂ ਦੀ ਪੁਆਇੰਟ ਗੱਲ ਕਰੂੰਗਾ, ਭਾਈ ਤੇਰਾ ਆਹ ਕਮੀ ਹੈ ਤੇ ਮੈਂ ਚਲਾਨ ਕੱਟੂੰਗਾ। ਤੇ ਜਦੋਂ ਮੈਨੂੰ ਨੌਲੇਜ ਨਹੀਂ ਤੇ ਫਿਰ ਤੋਂ ਬਹਿਸ ਕਰੇਗਾ। ਬਹਿਸ ਤੇ ਇੱਕ ਵਿਸ਼ਾ ਹੀ ਹੈ ਸਾਡੇ ਪਬਲਿਕ ਦਾ ਤੇ ਪੁਲਿਸ ਦਾ। ਇਹਦੇ ਵਿੱਚ ਗੁੱਸਾ ਕਰਨ ਦੀ ਸਾਨੂੰ ਲੋੜ ਨਹੀਂ ਹੈ ਕਿ ਉਹ ਬਹਿਸ ਦੇ ਵਿੱਚੋਂ ਕੁਝ ਲੱਭਦਾ ਹੈ। ਜੇ ਅਸੀਂ ਬਹਿਸ ਨਹੀਂ ਕਰਾਂਗੇ ਤੇ ਸਾਡੀ ਜਿਹੜੀ ਇੱਕ ਅਸੀਂ ਕਹਿੰਦੇ ਕਿ ਆਪਾਂ ਇੱਕ ਘਾਟ ਹੈ ਸਾਡੇ 'ਚ। ਬਹਿਸ ਉਹੀ ਸਕਦਾ ਬੰਦਾ ਜਿਹਨੂੰ ਕਿਸੇ ਚੀਜ਼ ਬਾਰੇ ਨੌਲੇਜ ਹੋਵੇ। ਅਨਨੈਸੈਸਰੀ ਬਹਿਸ ਉਹ ਫਿਰ ਨੁਕਸਾਨ ਕਰਦੀ ਹੈ। ਇਹ ਹੌਲੀ ਹੌਲੀ ਜਿਹੜੇ ਨਾ ਇਹ ਜਿਹੜਾ ਸਾਨੂੰ ਜਿਹੜਾ ਇੱਕ ਬੜੇ ਚਿਰਾਂ ਤੋਂ ਕਈ ਸਾਲਾਂ ਤੋਂ ਸਾਨੂੰ ਇਹ ਈਵਲਸ ਜਿਹੜੀਆਂ ਬੁਰਾਈਆਂ ਨੇ ਸਾਡੇ 'ਚ ਕਹਿ ਲਓ ਜਾਂ ਪਬਲਿਕ 'ਚ ਕਹਿ ਲਓ, ਇਹ ਹੌਲੀ ਹੌਲੀ ਇਹਦਾ ਨਿਪਟਾਰਾ ਕਰਾਂਗੇ ਜੀ। ਦੋਸਤੋ, ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਡੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਆਪਸੀ ਸਹਿਯੋਗ ਦੀ ਗੱਲਬਾਤ ਜ਼ਰੂਰੀ ਵੀ ਹੈ ਕਿਉਂਕਿ ਸਹਿਯੋਗ ਦੇ ਨਾਲ ਹੀ ਹਰ ਰਿਸ਼ਤੇ ਨਿਭਾਏ ਜਾਂਦੇ ਨੇ ਤੇ ਇੱਕ ਸਮਾਜ ਵੀ ਬਣਦਾ ਹੈ ਤੇ ਪੁਲਿਸ ਤੇ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਜੀ। ਦੋਸਤੋ, ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਡੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ, ਤੇ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡੀਐਸਪੀ ਹਰਿੰਦਰ ਸਿੰਘ ਗਿੱਲ ਜੀ। ਇਹ ਡੀਐਸਪੀ ਸਾਹਿਬ, ਤੁਹਾਡੇ ਕੋਲੋਂ ਸਹਿਯੋਗ ਦੀ ਸਾਨੂੰ ਬਹੁਤ ਉਮੀਦ ਹੁੰਦੀ ਹੈ। ਇੱਕ ਆਮ ਵਿਅਕਤੀ ਪੁਲਿਸ ਥਾਣੇ ਦੇ ਵਿੱਚ, ਪੁਲਿਸ ਚੌਂਕੀ ਦੇ ਵਿੱਚ ਜਾਂ ਹੋਰ ਉੱਚੇ ਅਫਸਰਾਂ ਦੇ ਸਾਹਮਣੇ ਜਾਂਦਾ ਹੈ ਤਾਂ ਸਹਿਯੋਗ ਦੀ ਮੰਗ ਲੈ ਕੇ ਜਾਂਦਾ ਹੈ ਕਿ ਮੇਰਾ ਸਹਿਯੋਗ ਕੀਤਾ ਜਾਵੇ। ਪਰ ਤੁਸੀਂ ਇਹ ਸਮਝਦੇ ਹੋ ਕਿ ਸਹਿਯੋਗ ਦੇ ਨਾਲ ਨਾਲ ਕੁਝ ਪਬਲਿਕ ਵੱਲ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ? ਬਿਲਕੁਲ ਜੀ, ਮੈਂ ਤੁਹਾਡੇ ਸਵਾਲ ਨਾਲ ਬਿਲਕੁਲ ਸਹਿਮਤ ਹਾਂ। ਸਾਡੇ ਕੋਲ ਤਰ੍ਹਾਂ ਤਰ੍ਹਾਂ ਦੇ ਲੋਕ ਆ ਕੇ ਸਹਿਯੋਗ ਦੀ ਮੰਗ ਤਾਂ ਕਰਦੇ ਨੇ, ਪਰ ਸਾਡੇ ਕੋਲ ਸਹਿਯੋਗ ਮੰਗਦੇ ਉਹਨਾਂ ਦਾ ਇੱਕ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਨੂੰ ਇਤਲਾਹ ਸੱਚੀ ਦੇਣ। ਬਟ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਜੀ ਕਈ ਵਾਰ। ਇਸ ਕਰਕੇ ਪਬਲਿਕ ਨੂੰ ਵੀ ਚਾਹੀਦਾ ਹੈ ਕਿ ਜਿੰਨੀ ਵੀ ਇਤਲਾਹ ਦੇਣੀ ਹੈ, ਪੁਲਿਸ ਅਫਸਰ ਚਾਹੇ ਚੌਕੀ ਇੰਚਾਰਜ ਹੈ, ਚਾਹੇ ਐਸਐਚ ਹੈ, ਚਾਹੇ ਡੀਐਸਪੀ ਹੈ, ਸਾਡੇ ਸਾਰੇ ਮਾਨਯੋਗ ਸੀਨੀਅਰ ਸੁਪਰਡੈਂਟ ਪੁਲਿਸ ਨੇ ਜਾਂ ਕੋਈ ਸੁਪਰਡੈਂਟ ਪੁਲਿਸ ਹੈ, ਉਹਨਾਂ ਨੂੰ ਜਾ ਕੇ ਇਤਲਾਹ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ। ਇਹ ਬਹੁਤ ਜ਼ਰੂਰੀ ਹੈ ਪਬਲਿਕ ਵਿੱਚ ਸਹਿਯੋਗ ਮੰਗਣਾ ਤੇ ਸਹਿਯੋਗ ਦੇਣਾ ਜੀ। ਬਿਲਕੁਲ। ਤੇ ਕਈ ਵਾਰੀ ਕੀ ਹੁੰਦਾ ਹੈ, ਦੇਖਣ ਨੂੰ ਆਉਂਦਾ ਹੈ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਅਣਸੁਖਾਵੀਆਂ ਘਟਨਾਵਾਂ ਹੋ ਜਾਂਦੀਆਂ ਨੇ। ਜੇ ਆਪਾਂ ਸੜਕਾਂ ਤੇ ਦੇਖ ਲਈਏ, ਸੜਕਾਂ ਤੇ ਐਕਸੀਡੈਂਟ ਹੋ ਜਾਂਦੇ ਨੇ ਤੇ ਲੋਕ ਨਹੀਂ ਇਨਫੋਰਮੇਸ਼ਨ ਦਿੰਦੇ ਪੁਲਿਸ ਨੂੰ,
ਸ਼ਾਇਦ ਉਹ ਡਰਦੇ ਨੇ ਵੀ ਸਾਡੇ ਸਿਸਟਮ ਦੀ ਜੋ ਉਲਝਣਾਂ ਨੇ ਉਹਨਾਂ ਤੋਂ ਬਚਣਾ ਚਾਹੁੰਦੇ ਨੇ, ਤੇ ਤੁਸੀਂ ਇਹਨੂੰ ਕਿੰਨਾ ਕੁ ਘਾਟਾ ਸਮਝਦੇ ਹੋ ਵੀ ਕਿਸ ਤਰ੍ਹਾਂ ਇਹ ਸਹਿਯੋਗ ਨਹੀਂ ਮਿਲ ਰਿਹਾ ਇੱਕ ਦੂਜੇ ਦੇਖੋ ਜੀ, ਪਹਿਲਾਂ ਤਾਂ ਐਕਸੀਡੈਂਟ ਨਾ ਮਾੜਾ, ਜੇ ਐਕਸੀਡੈਂਟ ਹੋ ਜਾਂਦਾ ਤਾਂ ਉਹਦੀ ਪਬਲਿਕ ਨੂੰ ਇਤਲਾਹ ਜ਼ਰੂਰ ਦੇਣੀ ਚਾਹੀਦੀ ਹੈ, ਕਿਉਂਕਿ ਐਕਸੀਡੈਂਟ ਦੇ ਵਿੱਚ ਅਸੀਂ ਪਰਚਾ ਦਰਜ ਕਰਾਂਗੇ ਜਿਹਦੇ ਨਾਲ ਜੁਰਮ ਹੋਇਆ ਹੁੰਦਾ, ਜਿਹਦਾ ਕੋਈ ਜਵਾਨ ਬੇਟਾ, ਜਵਾਨ ਕੋਈ ਭਤੀਜਾ, ਕੋਈ ਭਣੇਵਾਂ, ਕੋਈ ਘਰ ਵਾਲਾ, ਉਹਦੀ ਡੈਥ ਹੋ ਜਾਂਦੀ ਹੈ, ਉਹਦੇ ਵਿੱਚ ਪਰਚਾ ਦਰਜ ਕਰਨ ਤੋਂ ਬਾਅਦ ਕੰਪਨਸੇਸ਼ਨ ਉਹਨੂੰ ਅਸੀਂ ਵਿੱਤੀ ਸਹਾਇਤਾ ਵੀ ਦਿੰਦੇ ਹਾਂ। ਜੇਕਰ ਅਸੀਂ ਪਰਚਾ ਦਰਜ ਤਦ ਹੀ ਕਰਾਂਗੇ ਜੇਕਰ ਸਾਨੂੰ ਇਤਲਾਹ ਦੇਣਗੇ। ਇਸ ਕਰਕੇ ਮੈਂ ਅੱਜ ਦਾ ਦਿਨ ਜਿੱਥੇ ਕਿ ਪੁਲਿਸ ਸਹਿਯੋਗ ਦਿਵਸ ਮਨਾਇਆ ਜਾ ਰਿਹਾ, ਉਹਦੇ ਦਿਨ ਦੇ ਵਿੱਚ ਮੈਂ ਸਾਰੀ ਪਬਲਿਕ ਨੂੰ ਆਪ ਜੀ ਜਰੀਏ ਇੱਕ ਅਪੀਲ ਕਰਦਾ ਕਿ ਕਿਸੇ ਤਰ੍ਹਾਂ ਦੀ ਕੋਈ ਐਕਸੀਡੈਂਟ ਕਿਸੇ ਤਰ੍ਹਾਂ ਦਾ ਹੁੰਦਾ ਹੈ ਉਹ ਸਾਨੂੰ ਜ਼ਰੂਰ ਦੱਸਣ, ਤਾਂ ਜੋ ਉਹਨੂੰ ਕਾਰਵਾਈ ਕਰਕੇ ਜਿਹਦੇ ਨਾਲ ਧੱਕਾ ਹੁੰਦਾ ਜਾਂ ਜਿਹਦੇ ਨਾਲ ਜੁਰਮ ਵਾਪਰਦਾ ਜਾਂ ਜਿਹਦੀ ਕੋਈ ਜਾਨ ਜਾਂਦੀ ਹੈ, ਅਸੀਂ ਉਹਨੂੰ ਵਿੱਤੀ ਸਹਾਇਤਾ ਦਵਾ ਸਕੀਏ। ਜੀ ਜੀ। ਤੇ ਪਬਲਿਕ ਨਾਲ ਸਹਿਯੋਗ ਦੀ ਗੱਲ ਕਰ ਰਹੇ ਹਾਂ ਅਸੀਂ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਡੇ ਦੇ ਉੱਤੇ, ਤੇ ਸਹਿਯੋਗ ਸ਼ਬਦ ਨੇ ਸਾਰਾ ਕੁਝ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ, ਚਾਹੇ ਉਹ ਪਬਲਿਕ ਦੀ ਗੱਲ ਕਰ ਲਈਏ ਤੇ ਚਾਹੇ ਆਪਸੀ ਤਾਲਮੇਲ ਦੀ ਮਹਿਕਮੇ ਦੇ ਵਿੱਚ ਗੱਲ ਕਰ ਲਈਏ। ਤੇ ਆਪਸੀ ਤਾਲਮੇਲ ਜੋ ਤੁਹਾਡੇ ਮਹਿਕਮੇ ਦੇ ਵਿੱਚ ਹੈ, ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈ, ਉੱਪਰਲੇ ਅਫਸਰਾਂ ਤੋਂ ਲੈ ਕੇ ਹੇਠਲੇ ਲੈਵਲ ਤੱਕ, ਇਹ ਕਿੰਨਾ ਕੁ ਜ਼ਰੂਰੀ ਹੈ? ਇਹ ਦੇਖੋ ਜੀ, ਸਾਡੇ ਮਾਨਯੋਗ DGP ਸਾਹਿਬ ਸ੍ਰੀ ਗੌਰਵ ਜਾਦਵ ਜੀ IPS ਤੇ ਸਾਡੇ ਮਾਨਯੋਗ SSP ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਚੌਹਾਨ ਸਾਹਿਬ IPS, ਸਹਿਯੋਗ ਵਰਡ ਅੱਜ ਉਹ ਜਿੰਨਾ ਸਹਿਯੋਗ ਸਾਡੇ ਮਾਨਯੋਗ DGP ਸਾਹਿਬ ਇੱਕ ਪੁਲਿਸ ਅਫਸਰ ਹੁੰਦੇ ਹੋਏ ਜੋ ਸਾਨੂੰ ਉਹ ਗਾਈਡ ਕਰ ਰਿਹਾ ਹੈ, ਉਹਦੇ ਨਾਲ ਦੀ ਅਸੀਂ ਇੱਕ ਵਿਲੱਖਣਤਾ ਹੈ ਜੀ, ਕਿਉਂਕਿ ਜਦੋਂ ਦੇ ਉਹਨਾਂ ਨੇ ਚਾਰਜ ਸੰਭਾਲਿਆ ਜੀ, ਔਰ ਜਿਹੜੀ ਡਿਟੈਕਸ਼ਨ ਆਫ ਕ੍ਰਾਈਮ ਹੈ ਉਹ ਤੁਸੀਂ ਭਲੀ ਭਾਂਤ ਜਾਣੋ, ਡਿਟੇਲ ਵਿੱਚ ਦੱਸਣ ਦੀ ਲੋੜ ਨਹੀਂ ਹੈ। ਇਸ ਕਰਕੇ ਜੇ ਸਹਿਯੋਗ ਦੇ ਰਹੇ ਨੇ ਤੇ ਥੜੀ ਪੁਲਿਸ ਸਾਡੇ ਜਿੰਨੇ ਵੀ ਉਹਨਾਂ ਦੇ ਅੰਡਰ ਆਫੀਸਰ ਨੇ ਜੀ ਜੀ, ਉਹ ਬੜੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਜੀ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਪਿਛਲੇ 5 ਸਾਲ ਦਾ ਡਾਟਾ ਤੇ ਇਹਨਾਂ ਸਾਲਾਂ ਰੀਸੈਂਟਲੀ ਡਾਟਾ ਕੱਢ ਕੇ ਦੇਖ ਲਓ ਕਿ ਸਾਡੀ ਰਿਕਵਰੀ, ਡਿਟੈਕਸ਼ਨ ਆਫ ਕ੍ਰਾਈਮ, ਸਾਡੀ ਰੇਸ਼ੋ ਬਹੁਤ ਹਾਈ ਲੈਵਲ ਤੇ ਚਲ ਗਈ। ਇਸ ਕਰਕੇ ਸਹਿਯੋਗ ਵਰਡ ਆ, ਫਿਰ ਸਹਿਯੋਗ ਵਰਡ ਅੱਜ ਦਾ ਦਿਨ ਜਿਹੜਾ ਤੁਸੀਂ ਮੈਨੂੰ ਅੱਜ ਦੇ ਸਟੂਡੀਓ 'ਚ ਬੁਲਾ ਕੇ ਇਸ ਦਿਵਸ ਤੇ ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ, ਮੈਨੂੰ ਬਹੁਤ ਅੰਜਾਏ ਆ ਰਿਹਾ ਕਿ ਤੁਸੀਂ ਕੁਐਸਚਨ ਕਰ ਰਹੇ ਹੋ ਤੇ ਉਹਦਾ ਜਵਾਬ ਮੈਂ ਆਪਣੇ ਕੋਲੋਂ ਨਹੀਂ ਦੇ ਰਿਹਾ, ਜੋ ਸਾਡੇ ਨਾਲ ਵਾਪਰਿਆ, ਜੋ ਅਸੀਂ ਕਰ ਰਹੇ ਹਾਂ ਉਹਦੇ ਮੁਤਾਬਕ ਹੀ ਦੇ ਰਹੇ ਹਾਂ। ਇਹਦੇ ਵਿੱਚ ਕੋਈ ਨੋ ਡਾਊਟ ਕਿ ਅੱਜ ਦੇ ਦਿਨ ਸਾਡੇ ਉੱਚ ਅਫਸਰ ਜਿਹੜਾ ਮਾਨਯੋਗ DGP ਸਾਹਿਬ ਸਾਡੇ ਨੂੰ ਸਹਿਯੋਗ ਦੇ ਰਹੇ ਨੇ, ਸਾਨੂੰ ਗਾਈਡ ਕਰ ਰਹੇ ਨੇ ਵੀ ਇਸ ਤਰ੍ਹਾਂ ਕਰੋ ਜਾਂ ਆਹ ਤਰੀਕਾ ਅਪਣਾਓ। ਉਹਦੇ ਸਹਿਯੋਗ ਨਾਲ ਹੀ ਆ ਜਿਹੜੀ ਹੈ ਸਾਡੀ ਪੁਲਿਸ ਦੇ ਵਿੱਚ ਜਿਹੜੀ ਟੈਕਨੋਲੋਜੀ ਐਪਲੀਕੇਬਲ ਹੋ ਰਹੀ ਹੈ, ਉਹਨਾਂ ਦੇ ਸਹਿਯੋਗ ਨਾਲ ਹੋ ਰਹੀ ਹੈ। ਜਿਹੜਾ GPS ਸਿਸਟਮ ਲਾ ਲਓ, ਸਾਈਬਰ ਕ੍ਰਾਈਮ ਲਾ ਲਓ, ਜਿਹੜੇ ਸਾਂਝ ਕੇਂਦਰਾਂ ਦੇ ਵਿੱਚ ਜਿੰਨੇ ਵੀ ਹੈਗੇ ਆ, ਇਹ ਸਾਡੇ ਮਾਨਯੋਗ DGP ਸਾਹਿਬ ਦੀ ਹੀ ਸਹਿਯੋਗ ਨਾਲ ਸਭ ਕੁਝ ਚੱਲ ਰਿਹਾ ਜੀ। ਤੁਸੀਂ ਇਹ ਗੱਲ ਕੀਤੀ, ਗੱਲਾਂ ਦੇ ਵਿੱਚੋਂ ਇੱਕ ਗੱਲ ਆਈ ਹੈ ਕਿਉਂਕਿ ਅੰਤਰਰਾਸ਼ਟਰੀ ਸਹਿਯੋਗ ਪੁਲਿਸ ਸਹਿਯੋਗ ਦਿਵਸ ਮਨਾ ਰਹੇ ਹਾਂ ਤਾਂ ਸਾਂਝ ਕੇਂਦਰਾਂ ਦੀ ਗੱਲ ਕੀਤੀ ਹੈ। ਸਾਂਝ ਕੇਂਦਰ ਥਾਂ ਤੇ ਸਥਾਪਿਤ ਕੀਤੇ ਗਏ ਨੇ, ਸਾਰੇ ਦੇਸ਼ ਦੇ ਵਿੱਚ ਸਾਂਝ ਕੇਂਦਰ ਬਣੇ ਹੋਏ ਨੇ ਪੁਲਿਸ ਮਹਿਕਮੇ ਦੇ। ਇਹ ਸਾਂਝ ਕੇਂਦਰ ਸਥਾਪਿਤ ਕਰਨ ਦਾ ਕੀ ਮੰਤਵ ਸੀ ਅਸਲ? ਇਹ ਦੇਖੋ ਜੀ, ਬਹੁਤ ਤਗੜਾ ਮੰਤਵ ਹੈ। ਸਾਂਝ ਕੇਂਦਰਾਂ ਦੇ ਵਿੱਚ ਜਿੰਨੇ ਵੀ 100 ਨੀਅਰ ਅਬਾਊਟ 150 ਫੈਸਿਲਿਟੀ ਜਿਹੜੀ ਕਿ ਇੱਕ ਆਮ ਬੰਦਾ ਘਰ ਬੈਠਾ ਹੀ ਲੈ ਸਕਦਾ, ਜਿਸ ਤਰ੍ਹਾਂ ਲਾਇਸੈਂਸ, PC ਵਗੈਰਾ, ਕੋਈ ਵੀ ਕੋਈ ਤੁਹਾਨੂੰ ਸਰਟੀਫਿਕੇਟ ਚਾਹੀਦਾ ਜੀ, ਕਿਸੇ ਤਰ੍ਹਾਂ ਹੀ ਨੋ ਆਬਜੈਕਸ਼ਨ ਸਰਟੀਫਿਕੇਟ ਆ, ਕਾਸਟ ਸਰਟੀਫਿਕੇਟ ਆ, ਕੋਈ ਲੋ ਇਨਕਮ ਸਰਟੀਫਿਕੇਟ ਆ, ਇਹ ਸਾਰੇ ਜਿਹੜੇ ਹੈ ਸਾਂਝ ਕੇਂਦਰਾਂ ਦੇ ਵਿੱਚ ਹੀ ਆਉਂਦੇ ਨੇ। ਸਾਂਝ ਕੇਂਦਰਾਂ ਦੇ ਥਰੂ ਵੈਰੀਫਾਈ ਕਰਕੇ ਉਹ ਬਣਾ ਕੇ ਦਿੱਤੇ ਜਾ ਰਹੇ ਨੇ। ਇਸ ਕਰਕੇ ਸਾਂਝ ਕੇਂਦਰ ਦਾ ਮਤਲਬ ਜਿਸ ਤਰ੍ਹਾਂ ਸਹਿਯੋਗ ਆ, ਉਸ ਤਰ੍ਹਾਂ ਸਾਂਝ ਹੈ। ਸਾਂਝ ਪਬਲਿਕ ਅਤੇ ਪੁਲਿਸ ਅਫਸਰਾਂ ਦੇ ਵਿੱਚ ਜਾਂ ਜਿਹੜੇ ਸਥਾਪਿਤ ਕੀਤੇ ਗਏ ਨੇ ਸਾਂਝ ਕੇਂਦਰ, ਉਹਨਾਂ ਦੇ ਵਿੱਚ ਜਿੰਨੇ ਵੀ ਸਾਡੇ ਮੁਲਾਜ਼ਮ ਕੰਮ ਕਰ ਰਹੇ ਨੇ ਉਹ ਸਾਡੇ ਪੰਜਾਬ ਪੁਲਿਸ ਦੇ ਹੀ ਨੌਜਵਾਨ ਨੇ, ਉਹ ਸਾਡੇ ਪੰਜਾਬ ਪੁਲਿਸ ਦੀ ਮਹਿਲਾ ਨੌਜਵਾਨ ਦੇ ਲਈ ਕੰਮ ਕਰ ਰਹੀਆਂ ਨੇ। ਇਸ ਕਰਕੇ ਸਾਂਝ ਕੇਂਦਰ ਜਿਹੜੇ ਨੇ ਬਣਨ ਦੇ ਨਾਲ ਸਾਡੀ ਮਹਿਕਮੇ ਦੀ ਕਾਰਗੁਜ਼ਾਰੀ ਵਿੱਚ
ਬਹੁਤ ਇੱਕ ਤੇਜ਼ੀ ਆਈ ਹੈ ਕਿ ਟਾਈਮ ਕੱਟ ਲਾ ਕੇ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਫੈਸਿਲਿਟੀ ਦੇ ਰਹੇ ਹਾਂ। ਜੀ ਜੀ ਜੀ। ਤੇ ਤੁਸੀਂ ਜਿਸ ਤਰ੍ਹਾਂ ਵਿਮਨ ਕ੍ਰਾਈਮ ਅਗੇਂਸਟ ਵਿਮਨ ਐਂਡ ਚਿਲਡਰਨ ਮਹਿਕਮੇ ਦੇ ਵਿੱਚ ਸੇਵਾਵਾਂ ਨਿਭਾ ਰਹੇ ਹੋ, ਉਹਦਾ ਵੀ ਚਾਰਜ ਤੁਹਾਡੇ ਕੋਲ ਹੈ, ਤਾਂ ਕਿਉਂਕਿ ਸਾਡਾ ਸਮਾਜ ਦੇ ਵਿੱਚ ਨਾ ਇਹ ਕ੍ਰਾਈਮ ਹੋ ਜਾਂਦਾ ਹੈ ਤੇ ਸ਼ਾਇਦ ਅਸੀਂ ਸਮਾਜਿਕ ਦ੍ਰਿਸ਼ਟੀ ਨੂੰ ਵੇਖਦੇ ਹੋਏ ਵੀ ਸਾਡੀ ਬੇਇੱਜ਼ਤੀ ਹੋਵੇਗੀ, ਸਾਡੇ ਪਰਿਵਾਰ ਦਾ ਕੀ ਹੋਏਗਾ, ਤੇ ਅਸੀਂ ਕਈ ਗੱਲਾਂ ਛੁਪਾ ਲੈਂਦੇ ਹਾਂ ਤੇ ਕ੍ਰਾਈਮ ਕਰਨ ਵਾਲੇ ਨੂੰ ਹੋਰ ਹੌਸਲਾ ਮਿਲ ਜਾਂਦਾ ਹੈ। ਤਾਂ ਕਿਸ ਤਰ੍ਹਾਂ ਤੁਸੀਂ ਮਤਲਬ ਕਿ ਸਾਰਾ ਕੁਝ ਹੈਂਡਲ ਕਰ ਰਹੇ ਹੋ, ਕਿਸ ਤਰ੍ਹਾਂ ਤੁਸੀਂ ਅਵੇਅਰ ਕਰ ਰਹੇ ਹੋ, ਕਿਸ ਤਰ੍ਹਾਂ ਦੀਆਂ ਤੁਹਾਡੇ ਕੋਲ ਕੰਪਲੇਂਟਸ ਆ ਰਹੀਆਂ ਨੇ ਜਿੱਥੇ ਸਹਿਯੋਗ ਦੇ ਰਾਹੀਂ ਹੀ ਤੁਸੀਂ ਕ੍ਰਾਈਮ ਨੂੰ ਫੜ ਲੈਂਦੇ ਹੋ, ਕ੍ਰਿਮੀਨਲ ਨੂੰ ਫੜ ਲੈਂਦੇ ਹੋ? ਵੇਖੋ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕੁਐਸਚਨ ਕੀਤਾ ਐਕਸੀਡੈਂਟ ਕੇਸਾਂ 'ਚ, ਤੁਸੀਂ ਹੁਣ ਇਹ ਵੂਮਨ ਅਗੇਨਸਟ ਚਾਈਲਡ ਜਿਹੜੇ ਕ੍ਰਾਈਮ ਹੋ ਰਹੇ ਨੇ ਉਹਦੇ ਵਿੱਚ ਸਾਡੇ ਕੋਲ ਕਾਫੀ ਕੇਸਿਸ ਵਿੱਚ ਲੋਕੀ ਰਿਪੋਰਟ ਨਹੀਂ ਕਰ ਰਹੇ। ਇਟ ਇਜ਼ ਵੈਰੀ ਬੈਡ ਥਿੰਗ ਕਿ ਉਹ ਰਿਪੋਰਟ ਕਰਨੀ ਚਾਹੀਦੀ ਹੈ। ਕੋਈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸ਼ਰਮ ਹਜ਼ਾਰ ਦੇ ਵਿੱਚ ਵੀ ਜਾਂ ਦੂਜੀ ਆਪਣੀ ਬੇਇੱਜ਼ਤੀ ਕਹਿ ਲਓ। ਦੇਖੋ, ਮੈਂ ਇੱਕ ਆਪ ਦੇ ਜਰੀਏ ਬਾਰ-ਬਾਰ ਇਹੀ ਗੱਲ ਕਹਿ ਰਿਹਾ ਕਿ ਰਿਪੋਰਟ ਕਰਨਗੇ ਤੇ ਫਿਰ ਸਾਨੂੰ ਪਤਾ ਲੱਗੂ ਕਿ ਤੇ ਕ੍ਰਾਈਮ ਹੋਇਆ। ਜਿਹੜੇ ਲੋਕ ਸਾਨੂੰ ਰਿਪੋਰਟ ਹੀ ਨਹੀਂ ਕਰ ਰਹੇ, ਫਿਰ ਸਾਨੂੰ ਕਿਸੇ ਕੋਲੋਂ ਪਤਾ ਲੱਗ ਰਿਹਾ, ਫਿਰ ਅਸੀਂ ਉਹਨੂੰ ਬੁਲਾਉਂਦੇ ਆ, ਫਿਰ ਮਾਪਿਓ ਮਤਲਬ ਕਹਿੰਦਾ ਕਿ ਅਸੀਂ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ। ਜਿਸ ਤਰ੍ਹਾਂ ਪੌਕਸੋ ਲਾ ਲਓ, ਪੌਕਸੋ ਜੇਕਰ ਕੋਈ ਰਿਪੋਰਟ ਸਾਡੇ ਕੋਲ ਉਹਨਾਂ ਦਾ ਪੇਰੈਂਟਸ ਨਾਲ ਉਹਨਾਂ ਦਾ ਗਾਈਡੈਂਸ ਨਹੀਂ ਕਰਦਾ, ਸਾਨੂੰ ਥਰਡ ਬੰਦਾ ਆ ਕੇ ਕਰਦਾ, ਤਾਂ ਉਹ ਸਾਨੂੰ ਪਰਚਾ ਦਰਜ ਕਰਨਾ ਹੀ ਪੈਂਦਾ। ਇਸ ਕਰਕੇ ਮੈਂ ਬੇਨਤੀ ਕਰਦਾ ਸਾਰੀ ਪਬਲਿਕ ਨੂੰ, ਅੱਜ ਦਾ ਦਿਨ ਜਿਹੜਾ ਅਸੀਂ ਸਹਿਯੋਗ ਦਿਵਸ ਮਨਾ ਰਹੇ ਨੇ, ਪੁਲਿਸ ਸਹਿਯੋਗ ਦਿਵਸ ਮਨਾ ਰਹੇ ਨੇ, ਮੈਂ ਸਾਰੀ ਪਬਲਿਕ ਨੂੰ ਇਹ ਅਪੀਲ ਕਰਦਾ ਕਿ ਕੋਈ ਵੀ ਤੁਹਾਡੇ ਨਾਲ ਬੱਚੇ ਨਾਲ ਜਿਨਾ ਜੁਵੇਨਾਈਲ ਬੱਚਾ ਨਾਬਾਲਗ ਹੈ, ਉਹਦੇ ਨਾਲ ਕੋਈ ਕ੍ਰਾਈਮ ਹੋ ਰਿਹਾ, ਸਾਨੂੰ ਜ਼ਰੂਰ ਆਣ ਕੇ ਦੱਸੋ ਤਾਂ ਜੋ ਟਾਈਮ ਸਿਰ ਉਸ ਕ੍ਰਿਮੀਨਲ ਨੂੰ ਅਰੈਸਟ ਕਰਕੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਸਜ਼ਾ ਦਵਾਈ ਜਾ ਸਕੇ। ਜੀ। ਤੇ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਡੇ ਅਸੀਂ ਮਨਾ ਰਹੇ ਹਾਂ ਤੇ 21ਵੀਂ ਸਦੀ ਦੇ ਵਿੱਚ ਅੱਜ 2023 ਦੇ ਵਿੱਚ ਕਿਸ ਤਰ੍ਹਾਂ ਦੇ ਅਵੇਅਰਨੈਸ ਪ੍ਰੋਗਰਾਮ ਤੁਹਾਡੀ ਮੁਹਿੰਮ, ਖਾਸ ਕਰਕੇ ਪੰਜਾਬ ਪੁਲਿਸ ਦੀ ਮੁਹਿੰਮ ਵਿੱਢੀ ਹੋਈ ਹੈ, ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਹੱਕਾਂ ਸੰਬੰਧੀ, ਅਧਿਕਾਰਾਂ ਸੰਬੰਧੀ, ਜਾਂ ਤੁਹਾਨੂੰ ਸਹਿਯੋਗ ਦੇਣ? ਹਾਂਜੀ ਜੀ, ਤੂੰ ਬਹੁਤ ਵਧੀਆ ਸਵਾਲ ਕੀਤਾ। ਸਾਨੂੰ ਅੱਜ ਦੀ ਡੇਟ 'ਚ ਅਸੀਂ ਹੁਣ ਸਾਡਾ ਇੱਕ ਮੁਹਿੰਮ ਰੀਸੈਂਟਲੀ ਸ਼ੁਰੂ ਕੀਤੀ ਹੈ, ਐਂਟੀ ਡਰੱਗਸ। ਇਹਦੇ ਵਿੱਚ ਸਾਡੇ ਮਾਨਯੋਗ DGP ਸਾਹਿਬ, ਮਾਨਯੋਗ ਸਾਡੇ SCP ਸਾਹਿਬ, ਇਹਨਾਂ ਨੇ 3 ਸਟੈਪ ਵਿੱਚ ਸਾਨੂੰ ਇਹ ਕੰਮ ਕਰਨ ਦਾ ਮੌਕਾ ਦਿੱਤਾ। ਆਹ ਜਿਹੜਾ ਸਾਡਾ ਪਹਿਲਾ ਸਟੈਪ ਚੱਲ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਜਾ ਕੇ ਕਮੇਟੀਆਂ ਬਣਾਉਣੀਆਂ ਔਰ ਉੱਥੋਂ ਆਇਡੈਂਟੀਫਾਈ ਕਰਨਾ ਕਿ ਕਿਹੜੇ ਬੰਦੇ ਨੇ, ਕਿਹੜੇ ਉਸ ਲੋਕ ਵਸਨੀਕ ਨੇ ਜਿਹੜੇ ਨਸ਼ਾ ਵੇਚ ਰਹੇ ਨੇ, ਕਿਹੜੇ ਪੀ ਰਹੇ ਨੇ ਤੇ ਕਿਹੜੇ ਹਾਈ ਲੈਵਲ ਤੇ ਕੰਮ ਕਰ ਰਹੇ ਨੇ। ਅਸੀਂ ਆ ਜਿਹੜੀ ਮੁਹਿੰਮ ਦੇ ਵਿੱਚ ਮੈਂ ਕੋਈ 5-6 ਮੀਟਿੰਗਾਂ ਪਬਲਿਕ ਅਟੈਂਡ ਕੀਤੀਆਂ ਔਰ ਠੀਕ ਹੈ, ਉਹਦੇ ਵਿੱਚ ਪਬਲਿਕ ਸਾਨੂੰ ਰਿਸਪੌਂਸ ਦੇ ਰਹੀ ਹੈ। ਪਹਿਲਾਂ ਉਹ ਸਾਡੇ ਤੇ ਉਹ ਐਲੀਗੇਸ਼ਨ ਲਾਉਂਦੀ ਕਿ ਪੁਲਿਸ ਨੂੰ ਅਸੀਂ ਫੜ ਕੇ ਦਿੰਦੇ ਹਾਂ, ਪੁਲਿਸ ਕੰਮ ਨਹੀਂ ਕਰਦੀ, ਪਰ ਮੈਂ ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਅਹਿਸਾਸ ਤੇ ਜਵਾਬ ਵੀ ਦੇਣਾ ਕਿ ਜੇਕਰ ਤੁਸੀਂ ਕਹਿੰਦੇ ਕਿ ਬੰਦਾ ਇੱਕ ਫੜ ਲਿਆ ਪੁਲਿਸ ਨੇ ਛੱਡਤਾ, ਉਹ ਮੈਂ ਉਹਨਾਂ ਨੂੰ ਸਵਾਲ ਕਰਦਾ ਕਿ ਜੇ ਤੁਸੀਂ ਬਿਲਕੁਲ ਬੰਦਾ ਫੜਾਉਂਦੇ ਹੋ ਤੇ ਛਡਾਉਂਦਾ ਕੌਣ ਹੈ? ਉਹ ਵੀ ਤੁਹਾਡੇ ਪਿੰਡ ਦਾ। ਇਸ ਕਰਕੇ ਮੈਂ ਤੁਹਾਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਜੇ ਈਵਲਸ ਸਾਡੇ ਜਿਹਦੇ ਵਿੱਚ ਸਾਡੇ ਨੌਜਵਾਨ ਧੀਆਂ, ਨੌਜਵਾਨ ਬੱਚੇ ਉਹਦੇ ਵਿੱਚ ਰੁੱਝ ਗਏ ਨੇ ਜਾਂ ਗੁਲਤਾਨ ਹੋ ਗਏ ਨੇ, ਉਹਨਾਂ ਨੂੰ ਅਸੀਂ ਬਚਾਉਣਾ ਹੈ, ਅਸੀਂ ਉਹਨੂੰ ਕਿਸ ਤਰ੍ਹਾਂ ਕੱਢਣਾ, ਬਿਲਕੁਲ ਉਹਨੂੰ ਬਚਾਉਣ ਦਾ ਤਰੀਕਾ ਸਿੱਖੀਏ, ਨਾ ਕਿ ਡਿਸਕਸ਼ਨ ਕਰੀਏ ਆਪਾਂ। ਬਿਲਕੁਲ ਜੀ, ਸਾਡੇ ਤੇ DSP ਸਾਹਿਬ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਸੀ ਸਹਿਯੋਗ ਦੇ ਨਾਲ ਹਰ ਕੰਮ ਕਰੀਏ ਤੇ ਪੁਲਿਸ ਨੂੰ ਸਹਿਯੋਗ ਦਿਓ ਤੇ ਨਾਲ ਦੇ ਨਾਲ ਪੁਲਿਸ ਦਾ ਸਹਿਯੋਗ ਲਓ। ਇਹ ਤਦ ਹੀ ਸੰਭਵ ਹੈ ਜੇ ਆਪਸੀ ਤਾਲਮੇਲ ਦੇ ਨਾਲ ਇਸ ਸੁਸਾਇਟੀ ਨੂੰ ਬਣਾਇਆ ਜਾਏ ਤੇ ਇਸ ਸੁਸਾਇਟੀ ਨੂੰ ਚਲਾਇਆ ਜਾਏ। ਦੋਸਤੋ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ।